ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਆਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਵਲੇ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਜਪਜੀ ਸਾਹਿਬ ਪਵਿੱਤਰ ਬਾਣੀ ਦੀ ਲੜੀਵਾਰ ਵਿਆਖਿਆ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰਾਂ ਨੇ ਇਸ ਪਵਿੱਤਰ ਬਚਨ ਵਿੱਚ ਪੌੜੀ ਵਿੱਚ ਜੋ 16ਵੀਂ ਪੌੜੀ ਹੈ ਜਪਜੀ ਸਾਹਿਬ ਅੰਦਰ, ਬੜੇ ਹੀ ਗਿਆਨ ਭਰਪੂਰ ਬਚਨ ਬਖਸ਼ਿਸ਼ ਕੀਤੇ ਹਨ।
ਇਹ ਇੱਕ ਜਾਗੇ ਹੋਏ ਮਨੁੱਖ ਦੀ ਜੀਵਨ ਦੀ ਸਥਿਤੀ ਹੈ। ਆਮ ਤੌਰ 'ਤੇ ਅਸੀਂ ਇਸ ਧਰਤੀ 'ਤੇ ਜੋ ਕੁਝ ਸਾਨੂੰ ਦਿਸਦਾ ਹੈ ਉਹਦੇ ਤੱਕ ਸੀਮਤ ਰਹਿੰਦੇ ਹਾਂ। ਸਾਡਾ ਜਿਹੜਾ ਟੀਚਾ ਹੈ ਸਿਰਫ ਖਾਣਾ ਪੀਣਾ, ਧਨ ਇਕੱਠਾ ਕਰਨਾ, ਜਾਂ ਜਿਹੜੀ ਦਿਸਦੀ ਹੋਈ ਦੁਨੀਆ ਇਹਨੂੰ ਵੇਖ ਕੇ ਇਹ ਸੋਚ ਲੈਣਾ ਵੀ ਬਸ ਇਹੀ ਸੰਸਾਰ ਹੈ। ਪਰ ਅੱਜ ਜਿਹੜੀ ਹਜ਼ੂਰ ਨੇ ਕੁਦਰਤ ਦੀ ਵਿਚਾਰ ਦੀ ਗੱਲ ਕੀਤੀ ਕਿ ਜਦੋਂ ਕੋਈ ਮਨੁੱਖ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਕੀ ਮੱਤ 'ਤੇ ਤੁਰਦਾ ਹੈ, ਆਪਣੇ ਜੀਵਨ ਵਿੱਚ ਨਾਮ ਨੂੰ ਕਮਾਉਂਦਾ ਹੈ, ਤਾਂ ਉਹਦੇ ਅੰਦਰ ਇੱਕ ਗਿਆਨ ਦੀ ਇੱਕ ਅੱਖ ਖੁੱਲ੍ਹਦੀ ਹੈ ਅਤੇ ਇਸ ਦੁਨੀਆ ਤੋਂ ਜਿਹੜੀ ਅਗਲੀ ਦੁਨੀਆ ਜੋ ਦਿਸਣ ਵਿੱਚ ਨਹੀਂ ਆਉਂਦੀ ਉਹਨੂੰ ਵੇਖਣ ਦੇ ਉਹ ਸਮਰੱਥ ਹੋ ਜਾਂਦਾ ਹੈ, ਉਹਨੂੰ ਵੇਖ ਲੈਂਦਾ ਹੈ। ਜਦੋਂ ਉਹ ਦੁਨੀਆ ਦਿਸਦੀ ਹੈ ਅਤੇ ਇੱਧਰਲੀ ਬਿਲਕੁਲ ਫਿੱਕੀ ਲੱਗਦੀ ਹੈ, ਫਿਰ ਇਹਨੂੰ ਵੇਖਣ ਦਾ ਢੰਗ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ, ਓਪਰੇਪਣ ਵਾਲਾ। ਜਦੋਂ ਅਗਲੀ ਦੁਨੀਆ ਜਿਹਦੇ ਵਿੱਚ ਕਹਿ ਰਹੇ ਨੇ ਕਿ ਉੱਥੇ ਕੋਈ ਅੰਤ ਨਹੀਂ, ਇੱਕ ਕਵਾਓ ਤੋਂ ਕਈ ਦਰਿਆ ਚੱਲੇ ਨੇ, ਪਸਾਰੇ ਦਾ ਕੋਈ ਅੰਤ ਨਹੀਂ, ਕੋਈ ਮਿਣਨ ਵਾਲਾ ਉਹਨੂੰ ਮਿਣ ਨਹੀਂ ਸਕਦਾ, ਕੋਈ ਹਿਸਾਬ ਕਿਤਾਬ ਕਰਨ ਵਾਲਾ ਆਪਣੇ ਕਾਗਜ਼ 'ਤੇ ਉਸ ਦੁਨੀਆ ਦਾ ਲੇਖਾ ਨਹੀਂ ਲਿਖ ਸਕਦਾ। ਤਾਂ ਜਦੋਂ ਕਿਸੇ ਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਅਤੇ ਉਹ ਇਸ ਚਮਰ ਦ੍ਰਿਸ਼ਟੀ ਤੋਂ ਬ੍ਰਹਮ ਦ੍ਰਿਸ਼ਟੀ ਤੱਕ ਚਲਾ ਜਾਏ, ਦਿਵ ਦ੍ਰਿਸ਼ਟੀ ਤੱਕ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਹੈ ਚਰਮ ਦ੍ਰਿਸ਼ਟੀ, ਭਾਈ ਗੁਰਦਾਸ ਜੀ ਨੇ ਇਹਦਾ ਨਾਮ ਲਿਆ ਹੈ। ਚਰਮ ਦ੍ਰਿਸ਼ਟੀ ਦਾ ਮਤਲਬ ਹੈ ਚੰਮ ਤੱਕ ਦ੍ਰਿਸ਼ਟੀ ਰਹਿਣੀ। ਇੱਕ ਦ੍ਰਿਸ਼ਟੀ ਦਾ ਨਾਮ ਹੈ ਦਿਵ ਦ੍ਰਿਸ਼ਟੀ, ਜਿਹਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਦਿਵ ਦ੍ਰਿਸ਼ਟ। ਇਹ ਚਰਮ ਦ੍ਰਿਸ਼ਟੀ ਕਿਹੜੀ ਜਿਹੜੀ ਹੁਣ ਸਾਡੇ ਕੋਲ ਹੈ, ਇਹਨੂੰ ਕਹਿੰਦੇ ਨੇ ਚਰਮ ਦ੍ਰਿਸ਼ਟੀ, ਚੰਮ ਨਾਲ ਜੁੜੀ ਹੋਈ ਦ੍ਰਿਸ਼ਟੀ। ਚਰਮ ਮਤਲਬ ਹੈ ਜਿਹੜੇ ਆਪਾਂ ਸਰੀਰ ਧਾਰੀ ਹਾਂ ਸਾਰੇ, ਇਹ ਚੰਮ ਦਾ ਬਣਿਆ ਹੋਇਆ ਸਰੀਰ ਹੈ, ਤਾਂ ਚਮੜਾ ਹੀ ਉਹ ਸੁੱਕ ਗਿਆ ਜਿਹੜਾ ਅਸੀਂ ਪੈਰਾਂ ਵਿੱਚ ਪਹਿਨ ਕੇ ਆਏ, ਤਾਂ ਉਹਨੂੰ ਬਾਹਰ ਰੱਖਿਆ। ਉਸ ਚੰਮ ਨੂੰ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ, ਕਿਉਂ? ਉਹਦੇ ਵਿੱਚੋਂ ਜੋਤ ਨਿਕਲ ਗਈ ਹੈ। ਇਸ ਚੰਮ ਦੇ ਵਿੱਚ ਅਜੇ ਜੋਤ ਹੈ ਤਾਂ ਇੱਥੇ ਆ ਸਕਦਾ। ਜਿੱਦਣ ਇਹਦੇ ਵਿੱਚੋਂ ਵੀ ਜੋਤ ਨਿਕਲ ਗਈ, ਲੋਕ ਕਹਿਣਗੇ ਵੀ ਸੀढ़ी ਲਿਆਂਦੀ, ਮੱਥਾ ਟਿਕਾਉਣਾ ਗੁਰਦੁਆਰੇ, ਬਾਹਰੋਂ ਗੇਟ ਵਿੱਚੋਂ ਟਿਕਾ ਦਿਓ, ਅੰਦਰ ਨਹੀਂ ਲਿਆ ਸਕਦੇ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਤਾਂ ਕਈ ਵਾਰੀ ਗੁਰਦੁਆਰੇ ਦੇ ਅੱਗੋਂ ਲੰਘਦਿਆਂ ਕੋਈ ਸੋਚਦਾ ਹੈ, ਜਾਂ ਕਿਸੇ ਨੇ ਕਿਹਾ ਵੀ ਕਿ ਮੈਨੂੰ ਮੱਥਾ ਟਿਕਾ ਦੇਣਾ, ਤਾਂ ਕੋਈ ਜ਼ਿਆਦਾ ਕਰੇਗਾ ਤੇ ਵੈਸੇ ਤਾਂ ਬਾਹਰਲੇ ਗੇਟ 'ਤੇ ਇੱਕ ਵਾਰੀ ਉਹਦੀ ਅਰਥੀ ਰੱਖ ਦੇਣਗੇ ਵੀ ਮੱਥਾ ਟਿਕ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਨਹੀਂ ਕਰਾ ਸਕਦੇ ਉਸਨੂੰ, ਕਿਉਂ? ਅੰਦਰੋਂ ਉਹ ਸ਼ਬਦ ਨਿਕਲ ਗਿਆ ਜਿਹਦੇ ਨਾਲ ਹੁਣ ਅਸੀਂ ਨਹੀਂ ਜੁੜਨਾ ਚਾਹੁੰਦੇ। ਉਹਦੇ ਨਾਲ ਹੀ ਇਸ ਸਰੀਰ ਦੀ ਕੀਮਤ ਹੈ ਜਿਹੜਾ ਅੰਦਰ ਵਰਤਦਾ ਹੈ। ਇਸ ਸਰੀਰ ਦੀ ਜੇ ਅੱਜ ਵੀ ਕੋਈ ਕੀਮਤ ਹੈ ਤੇ ਅੰਦਰਲੀ ਜੋਤ ਕਰਕੇ ਹੈ, ਸਰੀਰ ਕਰਕੇ ਨਹੀਂ। ਜਦੋਂ ਜੋਤ ਨਿਕਲੀ ਲੋਕ ਕਹਿਣਗੇ ਇੱਥੋਂ ਹੀ ਮੱਥਾ ਟਿਕਾ ਦਿਓ। ਕੋਈ ਬੜਾ ਨੇੜੇ ਦਾ ਪ੍ਰਬੰਧਕ ਹੋਏਗਾ ਤੇ ਉਹਨੂੰ ਇਸ ਗੇਟ ਤੱਕ ਲੈ ਆਉਣਗੇ, ਅੰਦਰ ਤੇ ਨਹੀਂ ਲਿਆਉਣ ਲੱਗੇ। ਇਹ ਕੀ ਕਾਰਨ? ਸਰੀਰ ਤਾਂ ਉਹੀ ਹੈ, ਸਰੀਰ ਉਹੀ ਵਿੱਚੋਂ ਜੋਤ ਨਿਕਲ ਗਈ। ਬਸ ਉਹਦੀ ਉਸ ਜੋਤ ਦੀ ਵਾਰ-ਵਾਰ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜੇ ਖੋਜਣਗੇ ਉਹ ਪਾ ਲੈਣਗੇ ਵੀ ਜਿਹਨੂੰ ਸ਼ਬਦ ਕਿਹਾ ਗਿਆ ਨਾ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਉਸ ਜਿੰਦ ਨੂੰ ਕਿਹਾ ਗਿਆ
उस जिंद नूं ही शब्द कहा गया। आ जिहड़ा बाहरला शब्द गुरु ग्रंथ साहिब सच्चे पातशाह जी की बाणी है, ਜਿਹੜਾ ਸਰੀਰ ਧਾਰੀ ਇਸ ਬਾਣੀ ਨਾਲ ਜੁੜ ਜਾਏਗਾ, ਇਹ ਸ਼ਬਦ ਉਸ ਸ਼ਬਦ ਨਾਲ ਬੰਦੇ ਦਾ ਸੰਬੰਧ ਕਰਾ ਦੇਗਾ, ਜੁੜ ਜਾਏਗਾ, ਉਹਨੂੰ ਪਾ ਲਏਗਾ। ਫਿਰ ਦੇਹ ਦੀ ਕੋਈ ਪਰਵਾਹ ਨਹੀਂ, ਕੱਲ੍ਹ ਛੁੱਟਦੀ ਅੱਜ ਛੁੱਟ ਜਾਏ, ਕਿਉਂਕਿ ਉਹਨੂੰ ਅਗਲੀ ਦੁਨੀਆ ਵਿੱਚ ਨਿਵਾਸ ਮਿਲ ਗਿਆ, ਪਤਾ ਲੱਗ ਗਿਆ। ਇਸ ਕਰਕੇ ਉਹ ਸੁੱਕਾ ਚੰਮ ਜਿਹੜਾ ਜੋੜੇਖਾਨੇ ਵਿੱਚ ਜਮ੍ਹਾਂ ਕਰਾਏ ਹੈ ਹੀ ਸਹੀ ਹੈ ਸਾਡੇ ਸਰੀਰ ਦਾ, ਉਹਦੇ ਵਿੱਚੋਂ ਜੋਤ ਨਿਕਲ ਗਈ, ਉਹਨੂੰ ਸੁਕਾ ਲਿਆ ਗਿਆ। ਇਸ ਚੰਮ ਨੂੰ ਅਸੀਂ ਇੱਥੇ ਲੈ ਆਏ ਤਾਂ ਇਹ ਅੰਦਰ ਆਇਆ ਵੀ ਇਹਦੇ ਵਿੱਚ ਜੋਤ ਸੀ। ਹੁਣ ਇਸ ਚਮੜੇ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਚਰਮ ਦ੍ਰਿਸ਼ਟੀ ਦੇ ਹੁੰਦਿਆਂ ਦਿਵ ਦ੍ਰਿਸ਼ਟੀ ਨੂੰ ਲੱਭਣਾ ਹੈ, ਪ੍ਰਾਪਤ ਕਰਨਾ ਹੈ, ਦਿਵ ਦ੍ਰਿਸ਼ਟੀ ਨੂੰ ਪਾਉਣਾ ਹੈ। ਤਾਂ ਅੱਜ ਦਾ ਜਿਹੜਾ ਬਚਨ ਹੈ, ਹਜ਼ੂਰ ਨੇ ਕਿਹਾ ਜਿਨ੍ਹਾਂ ਲੋਕਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਇਸ ਚਰਮ ਦ੍ਰਿਸ਼ਟੀ ਦੇ ਹੁੰਦਿਆਂ, ਫਿਰ ਉਹਨਾਂ ਦੀ ਜਿਹੜੀ ਸਾਂਝ ਹੈ ਇਸ ਦਿਸ ਦੇ ਜਗਤ ਤੱਕ ਸੀਮਤ ਨਹੀਂ ਰਹਿੰਦੀ, ਇਹਦੀਆਂ ਹੱਦਾਂ ਤੋੜ ਜਾਂਦੀ ਹੈ। ਤੁਸੀਂ ਪਿੱਛੇ ਪੜ੍ਹਿਆ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ, ਸ਼ਬਦ ਨੂੰ ਮੰਨ ਲਿਆ ਹੈ, ਮਨ ਵਿੱਚ ਵਸਾ ਲਿਆ ਹੈ, ਉਹਨਾਂ ਦੀ ਗਤੀ ਦਾ ਅਰਥ ਹੈ ਸ਼ਕਤੀ ਦੀ ਨੂੰ ਕੋਈ ਕਹਿ ਨਹੀਂ ਸਕਦਾ। ਜਦੋਂ ਵੇਖਦੇ ਨੇ ਤੇ ਪਾਰਦਰਸ਼ੀ, ਪਾਰ ਲੰਘ ਜਾਂਦੇ ਨੇ ਇਸ ਦੁਨੀਆ ਤੋਂ। ਉਧਰ ਦੀ ਆਵਾਜ਼ ਉਹਨਾਂ ਨੂੰ ਇੱਧਰ ਸੁਣੀ ਦੀ ਹੈ। ਭਗਤ ਕਿਹਨਾਂ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਉਸ ਪਾਰ ਦੀ ਆਵਾਜ਼ ਇੱਧਰ ਸੁਣ ਲੈਂਦੇ ਨੇ, ਪਾਰ ਬ੍ਰਹਮ, ਪਾਰਲੇ ਪਾਸੇ ਰਹਿਣ ਵਾਲਾ ਬ੍ਰਹਮ, ਉਹਦੀ ਆਵਾਜ਼ ਇੱਧਰ ਸੁਣ ਕੇ ਤੇ ਫਿਰ ਸਾਡੇ ਨਾਲ ਉਹ ਗੱਲ ਕਰਦੇ ਨੇ। ਇਸ ਕਰਕੇ ਸਾਰੇ ਭਗਤ ਬਹੁਤੇ ਜੀਵਨ ਵਿੱਚ ਵਿਵਾਦਾਂ ਵਿੱਚ ਰਹੇ, ਕਈਆਂ ਨੂੰ ਸ਼ਹੀਦ ਹੋਣਾ ਪਿਆ, ਕਈਆਂ ਨੂੰ ਗਰੀਬੀ ਵਿੱਚ ਦਿਨ ਕੱਟਣੇ ਪਏ, ਕਿਉਂਕਿ ਉਹਨਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਤੁਹਾਨੂੰ ਪਤਾ, ਜਿਹੜਾ ਵਿਚੋਲਾ ਹੋਵੇ, ਦੋਵਾਂ ਪਾਸੇ ਜਿਹਦੀ ਸਾਂਝ ਹੋਵੇ, ਉਹਦੀ ਬਣਦੀ ਕਿਸੇ ਪਾਸੇ ਵੀ ਨਹੀਂ। ਉਹਨਾਂ ਦੀ ਭਾਸ਼ਾ ਹੋਰ ਹੈ ਉੱਧਰਲਿਆਂ ਦੀ, ਇੱਧਰਲੇ ਉਹਨੂੰ ਸਮਝਦੇ ਨਹੀਂ, ਇਸ ਕਰਕੇ ਗੱਲ ਵਿੱਚ ਹੀ ਅਟਕੀ ਰਹਿੰਦੀ। ਤਾਂ ਉਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਿਨ੍ਹਾਂ ਦੀ ਨਾਮ ਦੁਆਰਾ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਹ ਇਸ ਦੁਨੀਆ ਵਿੱਚ ਰਹਿੰਦੇ ਹੋਏ ਉਹਨਾਂ ਦਾ ਇਹ ਝੂਠਾ ਸੁਪਨਾ ਟੁੱਟ ਗਿਆ ਤੇ ਉਹ ਅਗਲੀ ਦੁਨੀਆ ਵੇਖਣ ਲੱਗ ਪਏ, ਜਿੱਥੇ ਹੋਰ ਤਰ੍ਹਾਂ ਦਾ ਨਿਵਾਸ ਹੈ। ਫਿਰ ਇਹ ਦੁਨੀਆ ਆਪਣੇ ਆਪ ਫਿੱਕੀ ਹੋ ਗਈ, ਇਹਨੂੰ ਛੱਡਣਾ ਨਹੀਂ ਪਿਆ। ਜਿਵੇਂ ਤੁਸੀਂ ਵੇਖੋਗੇ ਕੁਝ ਲੋਕ ਵੱਡੇ ਵੱਡੇ ਦੇਸ਼ਾਂ ਵਿੱਚ ਚਲੇ ਜਾਂਦੇ ਨੇ, ਜਿਹੜੇ ਬੜੇ ਸੰਪੰਨ ਨੇ, ਬੜੇ ਅਮੀਰ ਦੇਸ਼ ਨੇ, ਉਹਨਾਂ ਦੇ ਸਾਧਨ, ਉਹਨਾਂ ਦੀਆਂ ਸੜਕਾਂ, ਉਹਨਾਂ ਦਾ ਸਾਰਾ ਕੁਝ ਬੜਾ ਸੋਹਣਾ ਹੈ ਇਸ ਦੇਸ਼ ਨਾਲੋਂ। ਅਤੇ ਜਦੋਂ ਕੋਈ 2 4 10 ਮਹੀਨੇ ਉੱਥੇ ਕੱਟ ਕੇ ਆਉਂਦਾ ਹੈ ਨਾ, ਇੱਥੇ ਆ ਕੇ ਏਅਰਪੋਰਟ 'ਤੇ ਉਤਰਦਾ ਹੈ, ਅਤੇ ਉਹ ਕਹਿੰਦੇ ਨੇ ਆਹ ਤੇ ਸਾਰੇ ਲੋਕ ਹੀ ਬਿਮਾਰ ਨੇ। ਬਿਮਾਰ ਨਹੀਂ ਹੁੰਦੇ, ਉਹ ਇੰਨੇ ਤੰਦਰੁਸਤ ਲੋਕਾਂ ਨੂੰ ਵੇਖ ਕੇ ਆਇਆ ਹੁੰਦਾ। ਉਹ ਇੰਨੇ ਸੋਹਣੇ ਬਾਗ ਬਗੀਚੇ, ਇੰਨੀ ਸਫਾਈ, ਇੰਨਾ ਸਿਸਟਮ ਵੇਖ ਕੇ ਆਇਆ ਹੁੰਦਾ ਕਿ ਆਪਣੇ ਵਾਲੇ ਵਾੜੇ ਵਿੱਚ ਜਦੋਂ ਆ ਕੇ ਉਤਰਦਾ, ਉਹ ਕਹਿੰਦਾ ਇੱਥੇ ਹੈ ਹੀ ਕੁਝ ਨਹੀਂ। ਬਿਮਾਰ ਜਿਹਾ ਦਿਸਦੇ ਨੇ ਲੋਕ, ਮੁਰਝਾਏ ਜਿਹੇ ਹੋਏ। ਤਾਂ ਜਦੋਂ ਕੋਈ ਅਕਾਲ ਪੁਰਖ ਦੇ ਦੇਸ਼ ਦਾ ਨਿਵਾਸੀ ਹੋ ਜਾਂਦਾ ਹੈ, ਜਿਹਦੀ ਦ੍ਰਿਸ਼ਟੀ ਉੱਧਰ ਜੁੜ ਜਾਂਦੀ ਹੈ, ਜਦੋਂ ਉੱਧਰ ਆ ਕੇ ਇੱਧਰ ਵੇਖਦਾ ਹੈ ਤਾਂ ਉਹਦੇ ਮੂੰਹ ਵਿੱਚੋਂ ਸੁਭਾਵਿਕ ਨਿਕਲਦਾ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਇਹ ਤੇ ਸਾਰੇ ਰੋਗੀ ਫਿਰਦੇ ਨੇ ਪਏ, ਇਹਨਾਂ ਕੋਲ ਤੇ ਉਹ ਜੀਵਨ ਹੈ ਹੀ ਨਹੀਂ ਜਿਹੜਾ ਉਹਦੇ ਕੋਲ ਹੈ। ਫਿੱਕਾ ਪੈ ਜਾਂਦਾ ਸੰਸਾਰ। ਹੁਣ ਉਹਨੂੰ ਕਹਿੰਦੇ ਨੇ, ਇਸ ਬੰਦੇ ਨੂੰ ਇਸ ਦੁਨੀਆ ਤੋਂ ਵਿਰਾਗ ਹੋ ਗਿਆ। ਵਿਰਾਗ ਤੇ ਆਪ ਹੀ ਹੋ ਗਿਆ, ਵੱਡੀ ਦੁਨੀਆ ਲੱਭ ਗਈ, ਛੋਟਾ ਰਹਿ ਗਿਆ ਕੰਮ ਸਾਰਾ। ਫਿਰ ਉਹ ਇੱਥੇ ਰਹੇਗਾ ਸਹੀ, ਪਰ ਤਾਂਘ ਬਣੀ ਰਹੇਗੀ, ਫਿਰ ਉੱਥੇ ਜਾਵਾਂ। ਤਾਂ ਉਸ ਨੂੰ ਕਿਹਾ ਗੁਰਮੁਖ ਆਵੈ ਜਾਏ ਨਿਸ਼ੰਗ। ਗੁਰਮੁਖ ਜਿਹੜਾ ਇਸ ਦੁਨੀਆ ਵਿੱਚ ਰਹਿੰਦਾ ਹੋਇਆ, ਉਸ ਦੁਨੀਆ ਵਿੱਚ ਸਾਂਝ ਪਾ ਲੈਂਦਾ ਹੈ। ਤਾਂ ਹੀ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਕਿਹਾ, ਵੱਡਾ ਰਾਜਾ, ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ।
उधर चला गया, इधर रहिंदा होया, शरीर करके नहीं गया। जां का कया दरगह चलै, मने की गत कही ना जाए। शरीर तो इत्थे रहा जनक दा, पर भाई गुरदास जी कहते कि उधर चले गए, उधर वेख्या देवलोक नो चलिया, गण गंधर्व सभा सुखवासी। राह विच नरक आ गए, कहन लगे जमपुर गया पुकार सुन। लंघ रहा सी ते रस्ते विच नरक आया, विल लावण जी नरक निवासी। उत्थे जेड़े जीव इस धरती ते रहिंदे होए केवल चरम दृष्टि वाले सन, उत्थे सजाए किन्हां नूं है। बाबा फरीद जी कहंदे कि अगे गए संजाप सन, अगे जाके पता लगता इत्थे किवें दा जीवन जीवे। चोटां खासी कौन, इत्थे जिहड़ा बंदा ज़्यादातर शरीर धारी रहिंदा है, शरीर नाल ही जुड़िया रहिंदा है, शरीर दे रसां विच ही डुबिया रहिंदा है, उहदा आउण वाला वक्त जिहदा नाम तो खाली हुंदा जीवन, फिर उस दुनिया विच उहनूं कोई थां नहीं मिलदी, उत्थे भटकना मिलदी उसनूं। बड़ा औखा है जीवन। वो राह बड़े बड़े शब्द कहे ने गुरु ग्रंथ साहिब जी दे विच, और कहे नहीं वेखे ने भगतां ने, वैसे ये गल्लां कहण दियां नहीं हन। भगत जी कहंदे ने कि आज मेरे मन प्रगट पाया है पेखी अले धर्म राओ। इस बाणी विच भी अगे आएगा कि चित्रगुप्त वेख रहे ने, धर्मराज भी बैठा होया, सब व्याख्या आवेगी। हुण ये साडी अपनी कमी है भी असी गुरबाणी दी व्याख्या अपने मन अनुसार करने आ। जिहड़ी चीज़ तो सानू डर है वो कहने है ही नहीं, इस धरती ते ब्रह्मंड विच है ही कोई नहीं, जमदूत कोई नहीं हुंदे, मौत कोई नहीं हुंदी, तो वैसे ही है सब कुछ, ਉਹਦੇ तो छुट्टण वास्ते है। पर एक गल याद रखनी चाहिए, एक कहावत है असी कह देने छुट्टण वास्ते भी ये है ही नहीं, कोई मौत नहीं, कोई जमदूत नहीं, कोई नहीं हुंदा हिसाब। क्योंकि जे सारियां चीज़ां मन लईए तो सानू जीवन जिहड़ा है धर्म अनुसार जिउणा पएगा, जिन्हों असी जिउणा नहीं चाहुंदे। इसलिए यही सौखा इलाज है इस गल दा भी तुसी इहनूं अभ्यास नूं दृढ़ कर दिओ। कुछ नहीं हुंदा जी, खाओ पीओ मौज करो, आ जिहड़े 40-50 साल मिले ने इहदे विच ऐश करो। किन्ने वेखिआ अग्गा, पर जिस गुरु नूं मत्था टेकने उन्हें कहा भी है, ये गल पक्की है भी सारे लोगों ने अग्गा नहीं वेखिआ। पर एक गल तो पक्की है, वो सिख काहदा जिहदे गुरु ने अग्गा वेखिआ होवे ते सिख ना मन्ने, वो सिख ही काहदा है। गुरु ने 500 साल तजर्बा किया होवे, वेख वेख के खोज खोज के किसी गल ते तजर्बा करके लिखिया होवे ते सिख सुन के कवे मनण विच नहीं आउंदी गल, पता नहीं है कि नहीं। तो जदों कोई सिख कहंदा है भी अग्गा कुछ है कि नहीं, उस सिख नूं अपने मन का इलाज कराउणा चाहिए। किते बीमारी पै गई है, गुरु कह रहा तो सिख नहीं मनदा पिया, किते रोग है उहदे अंदर, शंका जाग पिया है। तो इस ढंग दे नाल जिन्हां ने देखिया, भगत जी कहंदे आज मेरे मन प्रगट पाया है पेखी अले धर्म राओ। ते बंदा कहंदा ना ही कर दिओ, ना धर्मराज नूं मनो ते ना बंदा धर्म दे मार्ग विच आवे। इहदा इलाज ये ढंग ठीक नहीं भी असी मनीए ना, कदी साडा फिर जीवन नहीं सुधर सकेगा। किसी ने दे उत्ते बड़ी सुंदर कहानी कही है कि कुछ कबूतर जिहड़े ने उन्होंने सलाह की बिल्ली तो किवें बचिया जाए, खा जाती सी, बड़ी खतरनाक सी उस थां ते। किसी ने कहा इत्थों थां बदल लैनी चाहिए, किसी ने कुछ कहा, किसी ने कुछ। एक ने कहा भी सब तो सौखा एक इलाज है कि जदों बिल्ली आवे उदों सारे जने अखां बंद कर लो ते कहो भी है ही नहीं। वो दूजिया ने कहा भी अखां बंद करन नाल बिल्ली खत्म नहीं हुंदी, वो कहंदा खत्म ना होवेगी, दिसेगी ना, चलो खा ही जाएगी और कुछ नहीं। तो बंदा सच्चाई तो अखां बंद करदा है, जिहड़ी सच्चाई उहदे नाल वापर नहीं हुंदी है ना,
ਉਹ ਕਹਿ ਦਿੰਦਾ ਵੀ ਇਹ ਹੈ ਹੀ ਨਹੀਂ, ਇਹਦੇ ਤੋਂ ਅੱਖਾਂ ਬੰਦ ਕਰ ਲਓ। ਪਰ ਅੱਖਾਂ ਬੰਦ ਕਰਨ ਨਾਲ ਕਬੂਤਰ ਨਹੀਂ ਬਚਦੇ ਕਦੀ, ਉਹਨਾਂ ਨੂੰ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੇ ਅਰਥ ਹੀ ਇਹ ਨੇ, ਮੌਤ ਤੋਂ ਬਚਿਆ ਕਿਵੇਂ ਜਾਏ, ਕਿਉਂਕਿ ਹੋਰ ਤਾਂ ਸਾਰੇ ਪ੍ਰਬੰਧ ਸੰਸਾਰ ਵਿੱਚ ਕਰ ਲਏ ਗਏ ਨੇ, ਪਰ ਮੌਤ ਤੋਂ ਬਚਣ ਦਾ ਕੋਈ ਪ੍ਰਬੰਧ ਨਹੀਂ। ਜਿਹੜੀ ਬੇਨਤੀ ਕਰ ਰਿਹਾ ਸੀ ਕਿ ਉਸ ਨਰਕ ਦੀ ਵਿਆਖਿਆ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਵੇਲੇ ਇਹ ਜਨਕ ਗਿਆ ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ। ਪੁਕਾਰ ਸੁਣੀ ਉੱਥੇ ਵਿਲ ਲਾਵਣ ਜੀ ਨਰਕ ਨਿਵਾਸੀ, ਉੱਥੇ ਨਰਕਾਂ ਦੇ ਜਿਹੜੇ ਜੀਵ ਸਨ ਤੜਫ ਰਹੇ ਸਨ। ਉਹਨੂੰ ਦਇਆ ਆ ਗਈ ਮਨ ਵਿੱਚ ਵੀ ਇਹ ਬੜੇ ਦੁਖੀ ਨੇ। ਬ੍ਰਹਮ ਗਿਆਨੀ ਜਿਹੜਾ ਹੈ, ਗੁਰਮੁਖ ਜਿਹੜਾ ਹੈ, ਉਹ ਪਰਉਪਕਾਰੀ ਹੈ। ਉੱਥੇ ਫਿਰ ਉਹਨੇ ਜਾ ਕੇ ਕਿਹਾ ਵੀ ਇਹ ਛੁੱਟ ਕਿਵੇਂ ਸਕਦੇ ਨੇ। ਜਵਾਬ ਮਿਲਿਆ ਇਹਨਾਂ ਨੂੰ ਸਿਰਫ ਨਾਮ ਛਡਾ ਸਕਦਾ, ਉੱਥੇ ਹੋਰ ਕੁਝ ਚੱਲਦਾ ਹੀ ਨਹੀਂ ਜੀ। ਕੱਲ ਵੀ ਬੇਨਤੀ ਕੀਤੀ ਸੀ ਕਿ ਅਵਰ ਕਰਤੂਤ ਸਗਲੀ ਜਮ ਡਾਨੈ, ਹੋਰ ਜਿੰਨੀਆਂ ਕਰਤੂਤਾਂ ਨੇ ਨਾ, ਕਰਤੂਤ ਦਾ ਅਰਥ ਹੁੰਦਾ ਕੰਮ, ਕੋਈ ਕੁਝ ਕਰੇ, ਕੋਈ ਵੀ ਕਰਮ ਕਰ ਲਵੇ ਧਰਮ ਦਾ, ਉਹ ਜਿਹੜੇ ਨੇ ਕਰਮ ਜਿੰਨੇ ਵੀ ਸਹਾਇਤਾ ਕਰ ਸਕਦੇ ਨੇ, ਨਾਮ ਤੋਂ ਬਿਨਾਂ ਲੇਖੇ ਵਿੱਚ ਗੱਲ ਹੋਰ ਕੋਈ ਪੈਂਦੀ ਨਹੀਂ ਹੈ। ਅਵਰ ਕਰਤੂਤ ਸਗਲੀ ਜਮ ਡਾਨੈ। ਕੋਈ ਬੰਦਾ ਗਿਆ ਸੀ, ਅਮੀਰ ਬੜਾ ਸੀ, ਤਾਂ ਉੱਥੇ ਜਾ ਕੇ ਰੱਬ ਦੇ ਘਰ ਵਿੱਚ ਉਹਨੇ ਲਿਸਟ ਕੱਢ ਲਈ। ਕਹਿਣ ਲੱਗਾ ਇੰਨੇ ਵਾਰੀ ਯਾਤਰਾ ਤੇ ਗਿਆ, ਉਹਨਾਂ ਨੇ ਕਿਹਾ ਪਾੜ ਦਿਓ ਉਹਦਾ ਕਾਗਜ਼, ਇਹ ਨਹੀਂ ਕੰਮ ਆਉਣਾ। ਇੰਨੇ ਵਾਰੀ ਲੰਗਰ ਲਾਇਆ, ਇੰਨੀਆਂ ਛਬੀਲਾਂ ਲਾਈਆਂ, ਇੰਨਾ ਦਾਨ ਕੀਤਾ, ਬੜੇ ਕਰਮ ਨੇ, ਹੁਣ ਮੈਂ ਸਾਰਿਆਂ ਦਾ ਨਾਮ ਲੈ ਦਿੱਤਾ, ਸ਼ਰਧਾ ਟੁੱਟੇਗੀ ਤੁਹਾਡੀ। ਉਹਨਾਂ ਨੇ ਪੁੱਛਿਆ ਵੀ ਕਿਤੇ ਨਾਮ ਹੈ ਤੇਰੇ ਜੀਵਨ ਦੇ ਵਿੱਚ? ਕਹਿਣ ਲੱਗਾ ਜੀ ਮੇਰੇ ਜੀਵਨ ਵਿੱਚ ਕੋਈ ਨਾਮ ਨਹੀਂ, ਦੂਜਿਆਂ ਤੋਂ ਜਪਾਇਆ ਪੈਸੇ ਦੇ ਕੇ, ਆਪ ਨੇ ਜਪਿਆ। ਕਹਿਣ ਲੱਗੇ ਫਿਰ ਇਹ ਚੀਜ਼ਾਂ ਹੁਣ ਇੱਥੇ ਜਾਲੀ ਨੇ, ਸਾਰੀਆਂ ਚੱਲਦੀਆਂ ਨਹੀਂ, ਆਪ ਕੀਤਾ ਕਿ ਨਹੀਂ ਤੂੰ? ਸੇਵਾ ਤੇ ਸਿਮਰਨ ਦੋ ਚੀਜ਼ਾਂ ਬੰਦੇ ਦਾ ਨਿੱਜੀ ਖਜ਼ਾਨਾ ਹਨ, ਉਹਦੀ ਜ਼ਿੰਦਗੀ ਦੇ ਨਾਲ ਵਲੇਟੀਆਂ ਜਾਂਦੀਆਂ ਨੇ। ਜਦੋਂ ਕਰਦਾ ਹੈ ਮੌਤ ਵੀ ਉਹਨਾਂ ਨੂੰ ਖੋ ਨਹੀਂ ਸਕਦੀ, ਹੋਰ ਸਭ ਕੁਝ ਖੋ ਲਿਆ ਜਾਏਗਾ। ਮੌਤ ਜਿਹੜੀ ਹੈ, ਮੌਤ ਦੇ ਅਰਥ ਨੇ ਹਰ ਇੱਕ ਚੀਜ਼ ਬੰਦੇ ਤੋਂ ਖੋ ਲੈਣੀ ਜਿਹੜੀ ਉਹਦੀ ਨਹੀਂ। ਤੇ ਧਰਮ ਕੀ ਹੈ? ਇੱਥੇ ਇਹ ਸਿਖਾਇਆ ਜਾਂਦਾ ਜੋ ਚੀਜ਼ ਤੇਰੀ ਨਹੀਂ ਤੈਨੂੰ ਤੂੰ ਆਪ ਛੱਡ ਦੇ, ਫਰਕ ਇੰਨਾ ਕੋਈ, ਹੋਰ ਕੋਈ ਫਰਕ ਨਹੀਂ ਹੈ। ਮੌਤ ਉਹਨੂੰ ਕਹਿੰਦੇ ਜਿਹੜੀ ਆਪ ਤੋੜ ਕੇ ਪਾਸੇ ਕਰ ਦਿੰਦੀ, ਜੋ ਬੰਦੇ ਦਾ ਹੈ ਨਹੀਂ। ਸਰੀਰ ਵੀ ਇਹਦਾ ਨਹੀਂ, ਧਨ ਵੀ ਇਹਦਾ ਨਹੀਂ, ਪਰਿਵਾਰ ਵੀ ਇਹਦਾ ਨਹੀਂ, ਮਕਾਨ ਵੀ ਇਹਦਾ ਨਹੀਂ, ਅਹੁਦਾ ਵੀ ਇਹਦਾ ਨਹੀਂ। ਧਰਮ ਕਹਿੰਦਾ ਹੈ ਵੀ ਇੱਕ ਦਿਨ ਮੌਤ ਨੇ ਜੂ ਛਡਾਉਣਾ, ਫਿਰ ਰੋਏਗਾ। ਪਹਿਲਾਂ ਥੋੜਾ ਥੋੜਾ ਛੱਡਣ ਦੀ ਪ੍ਰੈਕਟਿਸ ਕਰ ਲੈ, ਅਭਿਆਸ ਕਰ ਲੈ, ਇਹਨੂੰ ਵਿੱਚ ਰਹਿ, ਇਹਦੇ ਨਾਲ ਜੁੜਨਾ, ਇਹਨੂੰ ਛੱਡਣ ਦਾ ਅਭਿਆਸ ਪਹਿਲਾਂ ਕਰ, ਤਾਂ ਕਿ ਮੌਤ ਨੇ ਜੋ ਕੁਝ ਕਰਨਾ ਹੈ ਉਹਦੇ ਆਉਣ ਤੋਂ ਪਹਿਲਾਂ ਹੀ ਤੂੰ ਕਰ ਲੈ। ਤੇ ਜਦੋਂ ਮੌਤ ਆਵੇ, ਉਹ ਇਸ ਲਈ ਕਹਿੰਦੇ ਬ੍ਰਹਮ ਗਿਆਨੀ ਦੀ ਕਦੀ ਮੌਤ ਨਹੀਂ ਆਉਂਦੀ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਕਿਉਂ ਨਹੀਂ ਮਰਦਾ? ਕਿਉਂਕਿ ਮੌਤ ਨੇ ਛਡਾਉਣਾ ਸੀ, ਜੋ ਕੁਝ ਉਹਦਾ ਨਹੀਂ ਸੀ ਉਹਨੇ ਪਹਿਲਾਂ ਹੀ ਛੱਡ ਦਿੱਤਾ। ਤੇ ਮੌਤ ਆਈ, ਨਮਸਕਾਰ ਕਰਕੇ ਵਾਪਸ ਚਲੀ ਗਈ। ਉਹਨੇ ਧੰਨਵਾਦ ਵੀ ਕੀਤਾ ਕਿ ਜਿਹੜਾ ਕੰਮ ਮੈਨੂੰ ਕਰਨਾ ਪੈਣਾ ਸੀ ਤੁਸੀਂ ਖੁਦ ਹੀ ਕਰ ਲਿਆ, ਬਹੁਤ ਚੰਗੀ ਗੱਲ ਹੈ। ਤਾਂ ਧਰਮ ਦੇ ਅਰਥ ਨੇ ਉਹ ਚੀਜ਼ਾਂ ਛਡਾਉਣੀਆਂ ਜਿਹੜੀਆਂ ਸਾਡੀਆਂ ਆਪਣੀਆਂ ਨੇ। ਤਾਂ ਇੱਥੇ ਗੁਰੂ ਸਾਹਿਬ ਨੇ ਬਚਨ ਕੀਤਾ, ਦੋ ਚੀਜ਼ਾਂ ਹੀ ਤੇਰੀਆਂ ਹਨ, ਸੇਵਾ ਤੇ ਸਿਮਰਨ। ਇਹੀ ਤੇਰਾ ਹੈ, ਬਾਕੀ ਕੁਝ ਵੀ ਤੇਰਾ ਨਹੀਂ। ਉਹ ਤੈਨੂੰ ਸਮੇਂ ਦੇ ਅਧੀਨ ਵਰਤਣ ਵਾਸਤੇ ਮਿਲਿਆ ਹੈ। ਤੇ ਜਿਨ੍ਹਾਂ ਨੇ ਰੱਬ ਨਾਲ ਆਪਣੀ ਸਾਂਝ ਪਾ ਲਈ, ਉਹਨਾਂ ਦੀ ਵਰਤਨ ਵੀ ਨਾਮ ਬਣ ਗਈ। ਸੁਖਮਣੀ ਸਾਹਿਬ ਵਿੱਚ ਬਚਨ ਪੜ੍ਹੋ, ਹਜ਼ੂਰ ਕਹਿੰਦੇ ਭਗਤ ਜਨਾਂ ਕੀ ਵਰਤਨ ਨਾਮ। ਵਰਤਨ ਦੇ ਅਰਥ ਨੇ ਵਰਤਨ ਵਾਲੀ ਚੀਜ਼ਾਂ, ਸਾਰਾ ਕੰਮ ਉਹ ਦਿੰਦਾ ਹੈ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਸ ਕਰਕੇ ਉੱਥੇ ਨਾਮ ਹੀ ਚੱਲਦਾ ਹੈ। ਜਨਕ ਨੂੰ ਕਿਹਾ ਗਿਆ ਜੇ ਤੈਨੂੰ ਤਰਸ ਆਇਆ ਤੇ ਇੱਧਰ ਨਾਮ ਰੱਖ ਦੇ ਥੋੜਾ ਜਿਹਾ, ਉਹਦੇ ਵਿੱਚ
है गल जिन्हें जप जप के अंदर टिक गया ना, जिदे एक जपण वाला है। नाम दे अर्थ समझने, नाम दे अर्थ बड़े डूंघे ने, जपण तक सीमित नहीं। जपना ਉਹਦੀ ਆਰੰਭਤਾ है, ਉਹਦਾ ਇੱਕ ਸਿਰਾ ਯਾਦ ਵਿੱਚ ਟਿਕਾਉਣਾ, ਉਹਦਾ ਇੱਕ ਹਿੱਸਾ ਹੈ ਨਾਮ ਨੂੰ ਪਿਆਰ ਕਰਨਾ, ਉਹਦਾ ਇੱਕ ਹਿੱਸਾ ਹੈ ਉਹਦੇ ਵਰਗੇ ਹੀ ਹੋ ਜਾਣਾ, ਉਹਦਾ ਅਖੀਰਲਾ ਹਿੱਸਾ ਹੈ ਵੀ ਉਹ ਹੀ ਰਹਿ ਜਾਣਾ, ਜਪਣ ਵਾਲਾ ਬਚੇ ਨਾ। ਇਹ ਸਾਰੇ ਉਹਦੇ ਹਿੱਸੇ ਨੇ। ਕਦੀ ਇੱਕ ਪਹੀਏ ਨਾਲ ਗੱਡੀ ਨਹੀਂ ਜੇ ਤੁਰਨੀ, ਕਿਤੇ ਇਹ ਸੋਚਦੇ ਰਹੀਏ ਆਪਾਂ, ਉਹ ਨਾਮ ਨਹੀਂ ਸੰਪੂਰਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹਿਰਦੇ ਵਿੱਚ ਵਸਣਾ ਚਾਹੀਦਾ ਹੈ। ਜਪ ਵੀ ਜ਼ਰੂਰ, ਉਹ ਰਸਨਾ ਬੜੀ ਮਹਾਨ, ਬੜੀ ਧਨ ਹੈ ਜਿਹੜੀ ਉਹਨੂੰ ਬੋਲਦੀ ਹੈ, ਜਿਹੜੀ ਉਹਨੂੰ ਵਾਰ-ਵਾਰ ਜਪਦੀ ਹੈ, ਜਿਹੜੀ ਉਹਨੂੰ ਚੇਤੇ ਕਰਨ ਵਾਸਤੇ ਬੋਲਦੀ, ਬੜੀ ਮੁਬਾਰਕ ਹੈ ਉਹ ਰਸਨਾ। ਪਰ ਇਹ ਗੱਲ ਖਿਆਲ ਰੱਖਣੀ, ਸਰੀਰ ਦੀ ਪ੍ਰਕਿਰਿਆ ਹੈ ਜਪਣਾ, ਅੰਦਰ ਉਹਨਾਂ ਚਿਰ ਨਹੀਂ ਜਾਏਗਾ ਜਿੰਨਾ ਚਿਰ ਬੰਦੇ ਦਾ ਪਿਆਰ ਵਾਲਾ ਧਿਆਨ ਨਾ ਜੁੜੇਗਾ। ਖਿਆਲ ਰੱਖਣਾ, ਮੈਂ ਇੱਕ ਸ਼ਬਦ ਕਿਹਾ ਪਿਆਰ ਵਾਲਾ ਧਿਆਨ, ਕੱਲਾ ਧਿਆਨ ਨਹੀਂ ਕਿਹਾ ਅੱਜ। ਇਸ ਗੱਲ ਨੂੰ ਧਿਆਨ ਵਿੱਚ ਚੰਗੀ ਤਰ੍ਹਾਂ ਸਮਝ ਲੈਣਾ। ਧਿਆਨ ਦੇ ਕੱਲੇ ਦੇ ਕੋਈ ਬਹੁਤੇ ਵੱਡੇ ਅਰਥ ਨਹੀਂ, ਪਿਆਰ ਵਾਲੇ ਧਿਆਨ ਦੀ ਗੱਲ ਹੈ। ਵੇਖੋ ਧਿਆਨ ਤੇ ਕਈਆਂ ਥਾਵਾਂ ਤੇ ਸਾਡਾ ਜੁੜਿਆ ਹੈ। ਧਿਆਨ ਤੇ ਬੰਦਾ ਦੁਸ਼ਮਣ ਦਾ ਵੀ ਕਰਦਾ, ਇਹਨਾਂ ਤੇ ਰੱਬ ਦਾ ਵੀ ਨਹੀਂ ਕਰਦਾ ਜਿੰਨਾ ਦੁਸ਼ਮਣ ਦਾ ਧਿਆਨ ਕਰਦਾ। ਆ ਘਰ ਵਿੱਚ ਪਰਿਵਾਰ ਦੇ ਮੈਂਬਰਾਂ ਵਿੱਚ ਕਈਆਂ ਦੀ ਆਪਸ ਵਿੱਚ ਬੜੀ ਖਹਿਸ਼ਬਾਜ਼ੀ ਹੁੰਦੀ ਹੈ। ਤੁਸੀਂ ਵੇਖੋਗੇ ਨਾ ਵੀ ਉਹਨਾਂ ਦਾ ਬੰਦਾ ਇੱਕ ਦੂਜਾ ਕਿੰਨਾ ਧਿਆਨ ਕਰਦਾ ਹੈ। ਧਿਆਨ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਜੇ ਉਹ ਦੋ ਮੈਂਬਰ ਨੇ ਪਰਿਵਾਰ ਦੇ ਤੇ ਦੋਵੇਂ ਸੁਖਮਣੀ ਪੜ੍ਹਦੇ ਨੇ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਇੱਕ ਬੈਠਾ ਆਇਆ ਤੇ ਦੂਸਰਾ ਆ ਗਿਆ ਤੇ ਪਹਿਲੇ ਦਾ ਚਿਹਰਾ ਹੀ ਬਦਲ ਗਿਆ, ਕਿਉਂਕਿ ਉਹਦੇ ਅੰਦਰ ਈਰਖਾ ਹੈ, ਦਵੈਸ਼ ਹੈ। ਤਾਂ ਧਿਆਨ ਤੇ ਬੰਦਾ ਦੁਸ਼ਮਣ ਦਾ ਵੀ ਕਰਦਾ ਹੈ। ਧਿਆਨ ਕੋਈ ਬਹੁਤੀ ਵੱਡੀ ਗੱਲ ਨਹੀਂ। ਗੁਰੂ ਸਾਹਿਬ ਨੇ ਕਿਹਾ ਜੇ ਤੂੰ ਨਾਮ ਦਾ ਧਿਆਨ ਕਰਨਾ ਹੈ ਤੇ ਸੰਸਾਰ ਵਾਲਾ ਕੱਲਾ ਧਿਆਨ ਨਾ ਕਰੀ, ਉਹ ਕਹਿੰਦੇ ਨੇ ਪਿਆਰ ਵਾਲਾ ਧਿਆਨ ਕਰੀ। ਤਾਂ ਜਿਨ੍ਹਾਂ ਦੇ ਅੰਦਰ ਵਸਿਆ ਹੋਇਆ ਹੈ ਉਹਨਾਂ ਦੇ ਵਿੱਚ ਨਾਮ ਦੀ ਇੰਨੀ ਬਰਕਤ ਆ ਜਾਂਦੀ ਕਿ ਆਪ ਛੁੱਟੇ ਤੇ ਦੂਜਿਆਂ ਨੂੰ ਛੁਡਾ ਸਕਦੇ। ਤਾਂ ਹੀ ਬਚਨ ਕੀਤਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਈ ਛੁੱਟ ਸਕਦੇ ਉਹਨਾਂ ਨਾਲ। ਤਾਂ ਜਨਕ ਨੇ ਕਿਹਾ ਵੀ ਮੈਂ ਛਡਾਉਣਾ ਚਾਹੁੰਦਾ, ਤਾਂ ਉਹਨੇ ਕਿਹਾ ਬਈ ਦੱਸੋ ਕਿੰਨਾ ਨਾਮ ਚਾਹੀਦਾ। ਇੱਕ ਪਲ ਉਹਨੇ ਧਿਆਨ ਕੀਤਾ ਉੱਥੇ ਨਾਮ ਦਾ, ਸਾਰਾ ਨਰਕ ਖਾਲੀ ਕਰ ਦਿੱਤਾ ਹੈ। ਭਾਈ ਸਾਹਿਬ ਨੇ ਲਿਖਿਆ ਗਹਿਣੇ ਧਰਿਉਨ ਏਕ ਨਾਮ। ਇੱਥੇ ਇੱਕ ਖਿਆਲ ਰੱਖਣਾ, ਗੁਰੂ ਗਹਿਣਾ ਹੈ। ਆ ਬਚਨ ਆਉਂਦਾ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਬੜੀ ਇਹਦੀ ਲੰਮੀ ਵਿਆਖਿਆ ਹੈ, ਇਹ ਵਿਸ਼ਾ ਦੇ ਵਿੱਚ ਮੈਂ ਛੇੜਨਾ ਨਹੀਂ ਚਾਹੁੰਦਾ। ਫਿਰ ਕਿਸੇ ਦਿਨ ਇਹ ਵਿਸ਼ਾ ਆਵੇਗਾ ਵੀ ਸੰਤ ਹਮਾਰਾ ਗਹਿਣੇ ਦੇ ਅਰਥ ਕੀ ਹੁੰਦੇ ਨੇ। ਜਿਹਨੂੰ ਰੱਖ ਕੇ ਕੰਮ ਚਲਾ ਲਈਦਾ ਤੇ ਫਿਰ ਵਾਪਸ ਕਰੀਦਾ ਹੁੰਦਾ ਹੈ। ਸੰਤ ਕੋਲ ਆਉਣ ਜਾਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਦੇ ਮਤਲਬ ਇਹ ਨਹੀਂ ਕਿ ਬੰਦਾ ਕਰੇ ਹੀ ਕੁਝ ਨਾ। ਉਹ ਤਾਂ ਇੱਕ ਸਿਰਫ ਸੈਲਫ ਹੁੰਦਾ ਹੈ, ਸਹਾਰਾ ਹੁੰਦਾ ਹੈ ਕਿ ਉਹ ਇੱਕ ਵਾਰੀ ਉਧਾਰ ਲੈ ਕੇ ਤੁਰ ਪਵੇ ਤੇ ਪਰਤ ਕੇ ਆਪ ਕਮਾ ਕੇ ਜੋ ਕੁਝ ਲਿਆ ਸੀ ਉਹ ਵੀ ਵਾਪਸ ਕਰਦਾ ਹੈ। ਇਸ ਕਰਕੇ ਜਿਹੜੇ ਲੋਕ ਮੈਂ ਬੇਨਤੀ ਕਰ ਰਿਹਾ ਸੀ, ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ। ਚਰਮ ਦ੍ਰਿਸ਼ਟੀ ਜਿਨ੍ਹਾਂ ਦੀ ਮੁੰਦੀ ਗਈ, ਮੂੰਦ ਲਈਏ ਦਰਵਾਜ਼ੇ, ਜਿਨ੍ਹਾਂ ਨੇ ਸੰਸਾਰ ਦੀ ਦ੍ਰਿਸ਼ਟੀ ਤੋਂ ਗੁਰੂ ਕੀ ਮੱਤ ਧਾਰਨ ਕਰਕੇ ਦਿਵ ਦ੍ਰਿਸ਼ਟੀ ਪ੍ਰਾਪਤ ਕਰ ਲਈ। ਜਿਹੜੀ ਉਹਨਾਂ ਦੀ ਦੁਨੀਆ ਬਣੀ, ਉਹਨਾਂ ਨੇ ਅਗਲੀ ਦੁਨੀਆ ਵੇਖ ਲਈ। ਹੁਣ ਉਹ ਦੋਵਾਂ ਦੇਸ਼ਾਂ ਦੇ ਨਿਵਾਸੀ ਨੇ, ਉਧਰ ਵੀ ਵੇਖ ਲੈਂਦੇ, ਇੱਧਰ ਵੀ ਵੇਖ ਲੈਂਦੇ। ਤਾਂ ਉਧਰ ਜਦੋਂ ਵੇਖਣ ਲੱਗ ਪੈਂਦੇ ਤੇ ਇਹ ਸੰਸਾਰ ਆਪਣੇ ਆਪ ਜੋ ਜੋ ਦਿਸੈ ਸੋ ਸੋ ਰੋਗੀ ਵਾਲੀ ਅਵਸਥਾ ਬਣ ਜਾਂਦੀ। ਕੌਣ ਫਿਰ ਇਹਦੇ ਨਾਲ ਸਨੇਹ ਕਰੇਗਾ। ਕੰਮ ਚਲਾਉਣ ਲਈ ਫਿਰਦੇ ਨੇ ਇੱਥੇ, ਸਿਰਫ ਸਮਾਂ ਪੂਰਾ ਕਰਨਾ, ਡਿਊਟੀ ਪੂਰੀ ਕਰਨੀ। ਜਿਵੇਂ ਕਿਤੇ ਬਹੁਤ ਵੱਡਾ ਕੋਈ ਸੰਸਾਰ ਦੇ ਵਿੱਚ ਕਿਤੇ ਕੈਂਪ ਲੱਗੇ ਹੋਣ, ਕੋਈ ਇਸ ਤਰ੍ਹਾਂ ਦੀ ਤਰਾਸਦੀ ਆਈ ਹੋਵੇ, ਭੁਚਾਲ ਆਇਆ ਹੋਵੇ
तो उत्थे बाहरों डॉक्टर लोग आउंदे ने, वो कैंपां विच फिरदे रहिंदे, दवाई दिंदे रहिंदे ने और उत्थे निवास तां रखदे ने, पर उन्हां दा मन उत्थे नहीं हुंदा। वो सिर्फ काम करन वास्ते आए। तां ही बचन कीता कि जन्म मरण दोहूं मैं नाही, जन पर उपकारी आए। उन्हां नूं उत्थे होर प्रयोजन कोई नहीं, सिर्फ वो रब दी ड्यूटी करन वास्ते पहुँचे ने। इस करके कहंदे उन्हां दी दृष्टि किवें दी है। हजूर इन्हां बचनां विच गुरु नानक देव महाराज किरपा करदे कहन लगे, जे को कहे करै विचार, ऐसा मनुख जे विचार करन लग पवे भी जिथे असी जी रहे हाँ इदू वड्डी भी कोई दुनिया है। फिर साहब कहंदे करते कै करनै नाही शुमार। शुमार दा अर्थ है मिणना, करने दा अर्थ है चोज। जे कोई वैगुरू दे चोजां नूं मिणन लगे जां विचार करन लग पवे जां उन्हां नूं कहण दा यतन करे ते कोई अंत नहीं लभदा, पता ही नहीं लगदा किन्ने कू ने। बस ये उहदी भगती है। ये उहनूं ਉਹਦਾ ਜਿਹੜਾ मन है इन्हां चीज़ां नूं वेख वेख के एक दशा विच चला जाता है। जिवें ये एक दशा है ना, आपां कहने फलाने बंदे नूं बुखार है, ਉਹਦੀ एक दशा है। ਉਹ ਜਿਹੜੀ दशा ਉਹਨੂੰ ਕਹਿੰਦੇ ਇਹਨੂੰ विषमाद हो गया। विषमाद ਦਾ मतलब ਉਹਦੇ ਚੋਜ ਵੇਖ ਵੇਖ ਕੇ हैरान हो जाना। ਵੇਖ ਵਿਡਾਣ ਰਹਾ विषमाद, ਵਿਡਾਣ ਦਾ अर्थ है हैरान हो जाना। ਤਾਂ ਤੁਸੀਂ ਜਿਹੜੇ ਗੁਰਮੁਖ ਹੋਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ, ਤਾਂ ਉਹਨਾਂ ਦਾ ਜੀਵਨ ਵੇਖੋਗੇ, ਉਹਨਾਂ ਦੀ ਵੇਖਣੀ, ਉਹਨਾਂ ਦਾ ਰਹਿਣਾ ਸਹਿਣਾ ਹੈਰਾਨੀ ਜਿਹਾ ਭਰਿਆ ਹੋਇਆ। ਕਿਉਂਕਿ ਵੇਖ ਵਿਡਾਣ ਰਹਾ ਵਿਸਮਾਦ, ਬੜੇ ਹੈਰਾਨ, ਕੋਈ ਅੰਤ ਨਹੀਂ। ਤਾਂ ਸਾਹਿਬ ਕਹਿੰਦੇ ਕਰਤੇ ਕੈ ਕਰਨਾ ਨਹੀਂ ਸ਼ੁਮਾਰ। ਜਦੋਂ ਉਹਦੇ ਚੋਜਾਂ ਨੂੰ ਵੇਖਦੇ ਨੇ ਉੱਥੇ ਕੋਈ ਅੰਤ ਨਹੀਂ ਲੱਭਦਾ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ, ਜੇ ਦੁੱਖਾਂ ਤੋਂ ਛੁੱਟਣਾ ਹੈ ਤੇ ਸ਼ਬਦ ਦੁਆਰਾ ਇਸ ਦੁਨੀਆ ਵਿੱਚੋਂ ਉੱਚੇ ਉੱਠਣਾ ਚਾਹੀਦਾ ਹੈ। ਉਸ ਦੁਨੀਆ ਨੂੰ ਲੱਭਣਾ ਚਾਹੀਦਾ ਜਿੱਥੇ ਜਾ ਕੇ ਹੈਰਾਨੀ ਵਾਪਰਦੀ ਹੈ, ਜਿੱਥੇ ਜਾ ਕੇ ਆ ਬਿਲਕੁਲ ਕੂੜਾ ਰਹਿ ਜਾਂਦਾ ਹੈ, ਜਿਹਦੇ ਪਿੱਛੇ ਬੰਦਾ ਦੌੜਿਆ ਫਿਰਦਾ ਹੈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਬਿਨ ਨਾਵੇ ਜਗ ਕਮਲਾ ਫਿਰੈ। ਸੱਚ ਜਾਣੋ, ਜਦੋਂ ਗੁਰਬਾਣੀ ਪੜ੍ਹਦੇ ਆ ਤੇ ਉਹ ਸਾਨੂੰ ਇਉਂ ਕਹਿੰਦੇ ਨੇ ਜਿਵੇਂ ਇੱਕ ਕਮਲਾ ਬੰਦਾ ਕੂੜੇ ਤੋਂ ਲੀਰਾਂ ਇਕੱਠੀਆਂ ਕਰਦਾ ਫਿਰਦਾ, ਕੂੜਾ ਫੋਲਦਾ। ਤੁਸੀਂ ਵੇਖਿਆ ਹੋਵੇਗਾ ਕੋਈ, ਜੋ ਲੱਭਦਾ ਉਹ ਆਪਣੇ ਸਰੀਰ ਤੇ ਬੰਨ ਲੈਂਦਾ ਹੈ, ਕੁਝ ਨਹੀਂ ਛੱਡਦਾ। ਤਾਂ ਜਿਨ੍ਹਾਂ ਨੂੰ ਨਾਮ ਔਰ ਗੁਰੂ ਦੇ ਪਿਆਰ ਦੀ ਗੱਲ ਸਮਝ ਵਿੱਚ ਆ ਗਈ, ਉਹ ਜਦੋਂ ਸਾਡੇ ਵਰਗੇ ਲੋਕਾਂ ਨੂੰ ਵੇਖਣਗੇ ਤਾਂ ਉਹ ਕਹਿਣਗੇ ਵੀ ਕੋਈ ਫਰਕ ਨਹੀਂ। ਇੱਕ ਬੰਦਾ ਬਾਹਰ ਕੂੜੇ ਤੋਂ ਲੀਰਾ ਚੁਗਦਾ ਪਿਆ, ਇੱਕ ਸ਼ੋਰੂਮ ਵਿੱਚ ਬੈਠ ਕੇ ਚੁਗੀ ਜਾਂਦਾ, ਫਰਕ ਉਹਦੀ ਨਜ਼ਰ ਵਿੱਚ ਕੋਈ ਨਹੀਂ ਹੈ, ਦੋਵੇਂ ਇੱਕੋ ਜਿਹੇ ਨੇ। ਉਹਨੂੰ ਉੱਥੇ ਵੀ ਕੂੜਾ ਹੀ ਦਿਸਦਾ। ਕੂੜੇ ਦੇ ਆਖਰੀ ਅਰਥ ਨੇ ਜੋ ਦਿਸੇ, ਕੂੜੇ ਦੇ ਅਰਥ ਨੇ ਬੇਕਾਰ, ਵਿਅਰਥ ਚੀਜ਼ ਜਿਹੜੀ ਕੰਮ ਵਿੱਚ ਨਾ ਆਵੇ। ਇੱਥੇ ਜੋ ਕੁਝ ਦਿਸਦਾ ਉਹਨੂੰ ਕੂੜਾ ਕਿਉਂ ਕਿਹਾ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਕਿਉਂ ਕੂੜ ਹੈ? ਇਹਦੇ ਅਰਥ ਨੇ ਇਹ ਥੋੜ੍ਹੇ ਚਿਰ ਵਾਸਤੇ ਕੰਮ ਚਲਾਉਣ ਵਾਸਤੇ ਚੀਜ਼ਾਂ ਮਿਲੀਆਂ ਸਨ। ਬੰਦੇ ਨੇ ਸੋਚਿਆ ਪੰਡਾ ਬੰਨ੍ਹ ਲਈਏ, ਇਹ ਅੱਗੇ ਵੀ ਕੰਮ ਦੇ ਜਾਣਗੀਆਂ। 40-50 ਸਾਲ ਦੀ ਖੇਡ ਹੈ, ਇਸ ਤੋਂ ਲੰਮੀ ਹੈ ਨਹੀਂ। ਉਹ ਵੀ ਜਿਨ੍ਹਾਂ ਨੂੰ ਇੰਨੇ ਕੁ ਮਿਲ ਗਏ ਸਾਲ, ਜਿਨ੍ਹਾਂ ਨੂੰ ਨਾ ਮਿਲੇ ਉਹਨਾਂ ਵਾਸਤੇ ਇਹ ਵੀ ਨਹੀਂ। ਚਲੋ ਕੁਝ ਜ਼ਿਆਦਾ ਜੀ ਲਿਆ ਤਾਂ ਉਹਨੂੰ ਕਹਾਂਗੇ ਵੀ 100 ਸਾਲ, ਹੁਣ ਇਸ ਤੋਂ ਅੱਗੇ ਤਾਂ ਕੋਈ ਜਾਂਦਾ ਹੀ ਨਹੀਂ। ਤਾਂ ਇਹ ਜਿਨ੍ਹਾਂ ਦੀ ਉਸ ਦੁਨੀਆ ਤੱਕ ਜਿੰਨਾ ਚਿਰ ਬੰਦੇ ਦੀ ਅੱਖ ਨਹੀਂ ਖੁੱਲ੍ਹਦੀ ਤਾਂ ਇਹਦੇ ਵਿੱਚੋਂ ਨਹੀਂ ਛੁੱਟਦਾ। ਗੁਰੂ ਸਾਹਿਬ ਨੇ ਜਿਹੜੀ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ, ਉਹਦਾ ਪ੍ਰਯੋਜਨ ਹੀ ਇਹ ਹੈ ਕਿ ਬੰਦਾ ਇਸ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਤੋਂ ਉੱਚਾ ਉੱਠ ਜਾਏ, ਇਸ ਸਰੀਰ ਦੀ ਦੁਨੀਆ ਚੋਂ। ਇਸ ਲਈ ਕਹਿੰਦੇ ਕਰਤੇ ਕੈ ਕਰਨਾ ਨਹੀਂ ਸ਼ੁਮਾਰ, ਕੋਈ ਅੰਤ ਨਹੀਂ। ਅੱਗੇ ਬਚਨ ਕੀਤਾ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜਿਨ੍ਹਾਂ ਦੀ ਅੱਖ ਖੁੱਲ੍ਹ ਗਈ,
ਉਹਨਾਂ ਨੇ ਵੇਖਿਆ ਵੀ ਧੌਲ ਕੌਣ ਹੈ। ਇੱਕ ਪੁਰਾਣਾ ਵਿਚਾਰ ਚੱਲਦਾ ਸੀ ਕਿ ਇਸ ਜ਼ਮੀਨ ਨੂੰ ਇੱਕ ਚਿੱਟੇ ਰੰਗ ਦੇ ਬਲਦ ਨੇ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ। ਅਸੀਂ ਵੀ ਸੁਣਿਆ, ਬੜਾ ਕੁਝ ਸੁਣਿਆ ਕਹਾਣੀਆਂ ਵਿੱਚ ਛੋਟੇ ਹੁੰਦੇ, ਵੀ ਚੰਦਰਮਾ ਤੇ ਕੋਈ ਚਰਖਾ ਕੱਤ ਰਿਹਾ ਹੈ। ਕਿਸੇ ਨੇ ਕਿਹਾ ਕਿ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹ ਥੱਕਿਆ ਖੜਾ ਹੈ, ਹੁਣ ਉਹਨੇ ਸਿੰਗ ਬਦਲਣਾ ਤੇ ਭੁਚਾਲ ਆ ਜਾਣਾ ਹੈ। ਇਹ ਬੜੀਆਂ ਗੱਲਾਂ ਚੱਲਦੀਆਂ ਸੰਸਾਰ ਦੇ ਵਿੱਚ। ਸਤਿਗੁਰੂ ਨੇ ਉਸ ਵੇਲੇ ਕਿਸੇ ਦ੍ਰਿਸ਼ਟੀ ਦੇ ਨਾਲ ਵੇਖਿਆ ਵੀ ਥੱਲੇ ਕੋਈ ਬਲਦ ਹੈ ਨਹੀਂ। ਖੰਡਨ ਨਹੀਂ ਕੀਤਾ, ਕੱਲਾ ਵੇਖ ਕੇ ਕੀਤਾ ਖੰਡਨ। ਕੱਲਾ ਖੰਡਨ, ਅਸੀਂ ਤਾਂ ਖੰਡਨ ਵੈਸੇ ਹੀ ਕਰਨਾ। ਜਿਹੜੇ ਬੰਦੇ ਨਾਲ ਸਾਨੂੰ ਵਿਰੋਧ ਹੈ, ਸਾਡੇ ਖੰਡਨ ਵਿੱਚ ਅਸੀਂ ਕਵਾਂਗੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਤਰਕ ਨੇ, ਬੜੇ ਖੰਡਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਖੰਡਨ ਕੀਤੇ ਨਾ, ਜਿਨ੍ਹਾਂ ਧਰਮਾਂ ਦੇ, ਜਿਨ੍ਹਾਂ ਚੀਜ਼ਾਂ ਦੇ, ਉਹਨਾਂ ਪਹਿਲਾਂ ਵੇਖਿਆ ਇਸ ਅੱਖ ਨਾਲ ਵੀ ਕੋਈ ਬਲਦ ਹੈ ਨਹੀਂ, ਤਾਂ ਖੰਡਨ ਕੀਤਾ। ਅਸੀਂ ਕਿਹਦਾ ਖੰਡਨ ਕਰਨੇ ਆ? ਜਿਹੜਾ ਬੰਦਾ ਸਾਡੀ ਉਸਤਤ ਨਹੀਂ ਕਰਦਾ, ਅਸੀਂ ਉਹਦਾ ਖੰਡਨ ਹੀ ਕਰਾਂਗੇ। ਹੋਰ ਕੁਝ ਨਾ ਲੱਭੇ ਜੀ, ਇਹਨੇ ਪੱਗ ਜਿਹੜੀ ਇੰਨੇ ਬਲਾਂ ਵਾਲੀ ਬੱਧੀ ਹੋਈ ਠੀਕ ਨਹੀਂ ਹੈ, ਇਹ ਤੁਰਦਾ ਠੀਕ ਨਹੀਂ, ਇਹਦੇ ਕੱਪੜੇ ਠੀਕ ਨਹੀਂ ਹਨ, ਇਹ ਤਾਂ ਬੇਈਮਾਨ ਬਹੁਤ ਆਦਮੀ ਹੈ। ਸਾਡੇ ਖੰਡਨ ਦਾ ਮਤਲਬ ਹੈ ਜਿਹੜਾ ਸਾਡੇ ਅੱਗੇ ਨਹੀਂ ਝੁਕਦਾ ਉਹਦਾ ਅਸੀਂ ਖੰਡਨ ਕਰਨਾ ਹੈ। ਜਿਹੜਾ ਝੁਕ ਗਿਆ ਭਾਵੇਂ ਗਧਾ ਕਿਉਂ ਨਾ ਹੋਵੇ, ਉਹਨੂੰ ਕਹਾਂਗੇ ਵੀ ਸ਼ੇਰ ਹੈ, ਇਹ ਆਦਮੀ ਬਹੁਤ ਠੀਕ ਹੈ। ਜਿਹੜਾ ਤੇ ਕਹਿ ਦੇ ਜੀ ਤੁਸੀਂ ਬਹੁਤ ਠੀਕ ਹੋ। ਇਸ ਕਰਕੇ ਸਿਆਣਿਆਂ ਦਾ ਇੱਕ ਤਜਰਬਾ ਹੈ ਕਿ ਬਹੁਤ ਵੱਡੇ ਵੱਡੇ ਲੋਕਾਂ ਦੇ ਆਲੇ ਦੁਆਲੇ ਬਹੁਤ ਹੀਣ ਲੋਕ ਹੁੰਦੇ ਨੇ, ਗਲਤ ਲੋਕ ਹੁੰਦੇ ਨੇ, ਕਿਉਂਕਿ ਗਲਤ ਲੋਕ ਹੀ ਉਹਨਾਂ ਦੀ ਵਡਿਆਈ ਕਰ ਸਕਦੇ ਨੇ। ਠੀਕ ਬੰਦੇ ਤਾਂ ਸੱਚ ਕਹਿਣਗੇ ਨਾ। ਇਸ ਕਰਕੇ ਗੁਰੂ ਸਾਹਿਬ ਨੇ ਵੇਖਿਆ ਵੀ ਕੋਈ ਥੱਲੇ ਬਲਦ ਨਹੀਂ ਖੜਾ ਹੋਇਆ ਧਰਤੀ ਦੇ। ਉਹਦਾ ਤਰਕ ਵੀ ਦਿੱਤਾ ਅੱਗੇ ਜਾ ਕੇ। ਔਰ ਇਹ ਇੱਕ ਸੱਚਾਈ ਹੈ ਕਿ ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਬੜੀ ਵੱਡੀ ਪ੍ਰਯੋਗਸ਼ਾਲਾ ਸੀ ਗੁਰੂ ਨਾਨਕ ਸਾਹਿਬ ਦੇ ਕੋਲ। ਉਦੋਂ ਕੋਈ ਉਪਕਰਨ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਜਿਹਦੇ ਨਾਲ ਦੇਖ ਲੈਂਦੇ ਕਿ ਧਰਤੀ ਆਕਾਸ਼ ਵਿੱਚ ਉੱਡਦੀ ਫਿਰਦੀ ਹੈ। ਪਰ ਗੁਰੂ ਸਾਹਿਬ ਨੇ ਉਦੋਂ ਵੇਖਿਆ ਵੀ ਜੇ ਇਸ ਧਰਤੀ ਦੇ ਥੱਲੇ ਬਲਦ ਖੜਾ ਹੈ ਤੇ ਉਸ ਬਲਦ ਦੇ ਪੈਰ ਕਿਹਦੇ ਉੱਤੇ ਟਿਕੇ ਹੋਏ ਨੇ? ਸਵਾਲ ਕੀਤਾ। ਇਹਦਾ ਮਤਲਬ ਸਾਫ਼ ਹੈ ਕਿ ਗੁਰੂ ਸਾਹਿਬ ਨੇ ਸਾਰੀ ਧਰਤੀ ਨੂੰ ਇੱਕ ਸਾਈਡ ਤੇ ਹੋ ਕੇ ਵੇਖਿਆ ਵੀ ਇਹ ਗੋਲ ਗੇਂਦ ਵਾਂਗ ਆਕਾਸ਼ ਵਿੱਚ ਉੱਡੀ ਫਿਰਦੀ ਹੈ। ਹੁਣ ਵਿਗਿਆਨ ਆ ਗਿਆ ਹੈ ਔਰ ਇਹਦੇ ਲੈਸਨ ਨੇ, ਸਾਇੰਸ ਰੂਮ ਬਣੇ ਹੋਏ ਨੇ, ਵਿਖਾਇਆ ਜਾਂਦਾ ਹੈ। ਆ ਬਹੁਤੇ ਵਿਦਿਆਰਥੀ ਨੇ, ਕੋਈ ਕਹਿੰਦਾ ਮੈਂ MA ਕੀਤੀ, ਕੋਈ BA। ਉਹਨੂੰ ਪੁੱਛੋ ਧਰਤੀ ਆਕਾਸ਼ ਵਿੱਚ ਉੱਡਦੀ, ਕਹਿੰਦੇ ਜੀ ਕਿਵੇਂ ਉੱਡਦੀ? ਸਮਝ ਨਹੀਂ ਆਈ ਅਜੇ ਤੱਕ। ਬੁੱਧੀ ਵਿਕਸਿਤ ਨਹੀਂ ਨਾ ਹੋਈ, ਵਾਧਾ ਨਹੀਂ ਹੋਇਆ ਉਹਦੇ ਵਿੱਚ। ਤਾਂ ਗੁਰੂ ਸਾਹਿਬ ਨੇ ਉਦੋਂ ਵੇਖਿਆ ਕਿ ਧੌਲ ਧਰਮ ਅਸਲ ਵਿੱਚ ਚਿੱਟੇ ਰੰਗ ਦਾ ਬਲਦ ਕਿਹੜਾ ਹੈ? ਚਿੱਟੇ ਰੰਗ ਦਾ ਬਲਦ ਹੈ ਧਰਮ। ਧੌਲ ਧਰਮ, ਤੇ ਉਹ ਕਿਹਦਾ ਪੁੱਤਰ ਹੈ? ਕਿਹਦੇ ਵਿੱਚੋਂ ਪੈਦਾ ਹੁੰਦਾ ਹੈ? ਧਰਮ ਕਿੱਥੇ ਆਵੇਗਾ? ਦਇਆ ਕਾ ਪੂਤ, ਉਹ ਦਇਆ ਦਾ ਪੁੱਤਰ ਹੈ। ਜਿੱਥੇ ਮਾਂ ਹੀ ਨਹੀਂ ਉੱਥੇ ਪੁੱਤਰ ਕਿਵੇਂ ਆਏਗਾ? ਜਿੱਥੇ ਦਇਆ ਨਹੀਂ ਉੱਥੇ ਧਰਮ ਕਿਵੇਂ ਆਏਗਾ? ਅੰਦਰ ਨਰਮ ਨਹੀਂ ਹੋਇਆ ਬੰਦੇ ਦਾ, ਅੰਦਰੋਂ ਬੇਈਮਾਨੀ ਨਹੀਂ ਗਈ, ਅੰਦਰੋਂ ਵਲ ਫੇਰ ਨਹੀਂ ਗਏ, ਅੰਦਰੋਂ ਹੇਰਾ ਫੇਰੀ ਨਹੀਂ ਗਈ, ਧਰਮ ਦਾ ਕੋਈ ਸਵਾਲ ਨਹੀਂ। ਜੇ ਇਸ ਤਰ੍ਹਾਂ ਦਾ ਬੰਦਾ ਕੋਈ ਧਾਰਮਿਕ ਦਿਸਦਾ ਹੈ ਨਾ ਵੀ ਇਹ ਧਾਰਮਿਕ ਹੈ, ਬੇਈਮਾਨ ਵੀ ਹੈ, ਰਿਸ਼ਵਤਖੋਰ ਵੀ ਹੈ, ਝੂਠਾ ਵੀ ਹੈ। ਅੱਜ ਕੱਲ੍ਹ ਤੇ ਲੋਕ ਕਹਿੰਦੇ ਨੇ ਰਿਸ਼ਵਤ ਤਾਂ ਬਹੁਤ ਲੈਂਦਾ ਸੀ, ਚਲੋ ਫਿਰ ਵੀ ਧਾਰਮਿਕ ਹੈ ਹੀ ਸੀ ਨਾ। ਰਿਸ਼ਵਤ ਬੜੀ ਮੋਟੀ ਲਈ, ਚਲੋ ਫਿਰ ਵੀ ਧਾਰਮਿਕ ਹੈ ਹੀ ਸੀ। ਤਾਂ ਇਹ ਹੋ ਸਕਦਾ ਹੈ ਮਾਂ ਕੋਈ ਨਹੀਂ ਸੀ, ਪੁੱਤਰ ਖਰੀਦ ਕੇ ਲਿਆਂਦਾ ਹੋਵੇ, ਕਿਤੇ ਉਹ ਮਿਲ ਹੀ ਜਾਂਦਾ ਹੈ ਨਾ, ਖਰੀਦਿਆ ਹੋਵੇ ਪੁੱਤਰ, ਕਿਤੇ ਉਹ ਧਰਮ ਖਰੀਦ ਕੇ ਲਿਆਂਦਾ ਹੋਵੇ। ਬੜੇ ਬੜੇ ਧਰਮ ਦੇ ਹੁਣ ਠੇਕੇਦਾਰ ਵੀ ਨੇ ਜਿਹੜੇ ਧਰਮ ਨੂੰ ਵੇਚ ਵੀ ਦਿੰਦੇ ਨੇ। ਲੈ ਲਓ ਉਹਨਾਂ ਤੋਂ ਜਾ ਕੇ, 4 ਬੰਦੇ ਦੁਆਲੇ ਖੜੇ ਕਰ ਦਿਓ ਧਾਰਮਿਕ, ਉਹ ਵਿਖਾ ਦਿਓ ਲੋਕਾਂ ਨੂੰ ਵੀ ਆਹ ਵੇਖੋ ਆਹ ਸਿਰੇ ਦੇ ਧਾਰਮਿਕ ਬੰਦੇ ਸਾਡੇ ਨਾਲ ਖੜੇ ਨੇ। ਤਾਂ ਇਹਨੂੰ ਕਹਿੰਦੇ ਨੇ ਖਰੀਦਿਆ ਹੋਇਆ ਪੁੱਤਰ। ਕਈ ਵਾਰੀ ਮਾਂ ਨਾ ਹੋਵੇ,
ਪੁੱਤਰ ਖਰੀਦ ਕੇ ਲਿਆਂਦਾ ਜਾ ਸਕਦਾ। ਜਨਮ ਕਿਸੇ ਦੇ ਘਰ ਵਿੱਚ ਹੋਵੇ, ਪੈਸਿਆਂ ਨਾਲ ਖਰੀਦ ਲਿਆਂਦਾ, ਪਰ ਉਹਦੇ ਨਾਲ ਸਨੇਹ ਨਹੀਂ ਬਣੇਗਾ, ਉਹਦੇ ਨਾਲ ਪਿਆਰ ਨਹੀਂ ਬਣੇਗਾ, ਉਹਦੇ ਨਾਲ ਅੰਦਰਲਾ ਨਹੀਂ ਘੁਲੇਗਾ। ਤਾਂ ਜਿਹੜੀ ਬੇਨਤੀ ਆਪ ਜੀ ਨਾਲ ਸਾਂਝੀ ਕਰ ਰਿਹਾ ਸਾਂ, ਧਰਮ ਨੂੰ ਵੀ ਲੋਕ ਖਰੀਦ ਕੇ ਮਤਰੇ ਪੁੱਤਰ ਵਾਂਗ ਰੱਖਦੇ ਨੇ, ਉਹਨਾਂ ਦਾ ਆਪਣਾ ਨਹੀਂ ਹੁੰਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਦਇਆ ਦਾ ਪੁੱਤਰ ਹੈ ਜਿਹੜਾ ਧਰਮ ਹੈ। ਜੇ ਦਇਆ ਹੈ ਅੰਦਰ ਅੰਦਰ ਇੱਕ ਨਰਮ ਅਵਸਥਾ ਹੈ ਕਿਸੇ ਪ੍ਰਤੀ, ਔਰ ਦਇਆ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਉਹ ਥੋੜ੍ਹੇ ਚਿਰ ਲਈ ਬਣਾਈ ਜਾਂਦੀ ਹੈ, ਥੋੜ੍ਹੇ ਚਿਰ ਵਾਸਤੇ ਉਹਨੂੰ ਉੱਥੇ ਪੈਦਾ ਕੀਤਾ ਜਾਂਦਾ, ਫਿਰ ਦਇਆ ਘਟਾ ਦਿੱਤੀ ਜਾਂਦੀ ਹੈ। ਨਹੀਂ, ਦਇਆ ਦੇ ਅਰਥ ਨੇ ਜਦੋਂ ਨਾਮ ਅੰਦਰ ਆਏਗਾ, ਦਇਆ ਲਗਾਤਾਰ ਬੰਦੇ ਵਿੱਚ ਰਹੇਗੀ। ਉਹ ਕੇਵਲ ਆਦਮੀਆਂ ਲਈ ਨਹੀਂ ਰਹਿੰਦੀ। ਜਿਹਦੇ ਅੰਦਰ ਦਇਆ ਆ ਗਈ ਨਾ, ਉਹਦੇ ਉੱਠਣ ਦਾ ਤਰੀਕਾ ਵੀ ਤਬਦੀਲ ਹੋ ਜਾਏਗਾ, ਅੰਦਰਲੀ ਅਵਸਥਾ ਦਾ ਬਾਹਰ ਅਸਰ ਪਏਗਾ ਨਾ। ਜੇ ਅੰਦਰ ਤਬਦੀਲੀ ਆਈ ਤੇ ਚਾਲ ਢਾਲ ਵਿੱਚ ਫਰਕ ਜ਼ਰੂਰ ਪਏਗਾ। ਉਹ ਉੱਠੇਗਾ ਵੀ, ਉਹ ਜੇ ਕਿਸੇ ਨਿਰਜਿੰਦ ਚੀਜ਼ ਨੂੰ ਵੀ ਹੱਥ ਲਾਏਗਾ ਬੜੀ ਦਇਆ ਨਾਲ, ਬੜੇ ਪਿਆਰ ਨਾਲ, ਹਰ ਇੱਕ ਚੀਜ਼ ਨਾਲ ਵਰਤਾਵ ਉਹਦਾ ਨਰਮ ਹੋ ਜਾਏਗਾ ਬਿਲਕੁਲ। ਅੰਦਰ ਹਮਦਰਦੀ ਹੋਵੇਗੀ ਉਹਦੇ ਅੰਦਰ। ਤਾਂ ਪਹਿਲਾ ਨਾਮ ਦੁਆਰਾ ਦਇਆ ਪੈਦਾ ਹੁੰਦੀ ਹੈ। ਧੌਲ ਧਰਮ ਦਇਆ ਕਾ ਪੂਤ। ਫਿਰ ਸਾਹਿਬ ਕਹਿੰਦੇ ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਸੂਤ ਦਾ ਅਰਥ ਹੈ ਸੂਤਰ, ਸੰਤੋਖ ਦਾ ਅਰਥ ਹੈ ਤ੍ਰਿਪਤੀ। ਕਿਸੇ ਨੇ ਪੁੱਛਿਆ ਵੀ ਜੇ ਧੌਲ ਧਰਮ ਨੇ, ਚਿੱਟੇ ਬਲਦ ਨੇ ਧਰਤੀ ਨਹੀਂ ਚੁੱਕੀ, ਇਹ ਸਾਰੇ ਕੁਝ ਨੂੰ ਬੰਨਿਆ ਕਿੰਨੇ ਹੋਇਆ? ਆ ਜਿਹੜਾ ਸਾਰਾ ਸਿਸਟਮ ਉੱਡ ਰਿਹਾ ਨਾ, ਕਿ ਸਾਗਰ ਪੰਡਾ ਪਾਇਆ, ਤੁਸੀਂ ਚਲੋ ਧਰਤੀ ਦੀ ਗੱਲ ਛੱਡੋ, ਆ ਆਕਾਸ਼ ਵਿੱਚ ਬੱਦਲ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਇੰਨਾ ਪਾਣੀ ਹੁੰਦਾ ਜਿਵੇਂ ਸਮੁੰਦਰ ਵਿੱਚ ਜਿੰਨਾ ਪਾਣੀ ਹੈ। ਆਕਾਸ਼ ਵਿੱਚ ਜਦੋਂ ਬੱਦਲ ਉੱਡਦੇ ਨੇ ਨਾ, ਉਹਨਾਂ ਵਿੱਚ ਪਾਣੀ ਇੰਨੀ ਬਹੁਤਾਤ ਵਿੱਚ ਹੁੰਦਾ ਹੈ ਕਿ ਜਿਵੇਂ ਸਮੁੰਦਰ ਹੀ ਧਰਤੀ ਤੋਂ ਉੱਠ ਕੇ ਆਕਾਸ਼ ਵਿੱਚ ਆ ਜਾਏ। ਇੰਨੇ ਪਾਣੀ ਨੂੰ ਕਿੰਨੇ ਚੁੱਕਿਆ ਹੋਇਆ ਹੈ? ਆ ਤੁਸੀਂ ਕਦੀ ਤਜਰਬਾ ਕਰਕੇ ਵੇਖਣਾ ਕਿ 1 ਕਿਲੋ ਪਾਣੀ ਨੂੰ ਆਕਾਸ਼ ਵਿੱਚ ਖੜੇ ਕਰਕੇ ਵਿਖਾਏ ਕੋਈ। 1 ਕਿਲੋ ਪਾਣੀ ਬਿਨਾਂ ਭਾਂਡੇ ਤੋਂ ਆਕਾਸ਼ ਵਿੱਚ ਖੜੇ ਕਰਨਾ, ਕੋਈ ਭਾਂਡਾ ਚਾਹੀਦਾ ਨਾ, ਤਾਂ ਹੀ ਖੜਾ ਹੋਵੇਗਾ। ਪਰ ਤੁਸੀਂ ਕਦੀ ਦੇਖੋ ਵੀ ਅਰਬਾਂ ਕੁਇੰਟਲ, ਅਰਬਾਂ ਟਨ ਪਾਣੀ ਆਕਾਸ਼ ਵਿੱਚ ਉੱਡਦਾ ਹੈ, ਉਹਨੂੰ ਕਿੰਨੇ ਬੰਨਿਆ ਹੋਇਆ ਹੈ? ਉਹ ਕਿਹੜਾ ਭਾਂਡਾ ਹੈ? ਉਹਨੂੰ ਕਿਹਾ ਗੁਰੂ ਸਾਹਿਬ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਦਾ ਮਤਲਬ ਹੁੰਦਾ ਹੈ ਉਹ ਰੱਸੀ ਜਿਹਨੇ ਕਈ ਚੀਜ਼ਾਂ ਨੂੰ ਬੰਨਿਆ ਹੋਇਆ ਵੀ ਡਿੱਗ ਨਾ ਪੈਣ। ਸੂਤਰ ਦਾ ਮਤਲਬ ਇਹ ਹੈ। ਸੂਤਰ ਦਾ ਮਤਲਬ ਉਹ ਧਾਗਾ ਜਿਹਦੇ ਨਾਲ ਚੀਜ਼ਾਂ ਨੂੰ ਸਿਉਂ ਦਿੱਤਾ ਜਾਂਦਾ ਹੈ ਕਿ ਇਹ ਵੱਖਰੀਆਂ ਹੋ ਕੇ ਡਿੱਗ ਨਾ ਪੈਣ। ਤਾਂ ਸਾਰਾ ਜਿੰਨਾ ਬ੍ਰਹਿਮੰਡ ਹੈ ਨਾ, ਆ ਧਰਤੀ ਹੈ, ਇਹਨੂੰ ਫੜਿਆ ਹੋਇਆ ਸੰਤੋਖ ਨੇ। ਤੇ ਇਸ ਧਰਤੀ ਦੇ ਉੱਤੇ ਜਿਸ ਬੰਦੇ ਦੇ ਮਨ ਵਿੱਚ ਸੰਤੋਖ ਹੋਵੇਗਾ, ਉਹਦਾ ਜੀਵਨ ਆਪਣੇ ਆਪ ਟਿਕਿਆ ਰਹੇਗਾ। ਜਦੋਂ ਸੰਤੋਖ ਨਹੀਂ ਰਹਿੰਦਾ, ਜੀਵਨ ਖਿੱਲਰ ਜਾਂਦਾ ਸਾਰਾ। ਅਸੀਂ ਕਹਿੰਦੇ ਹਾਂ ਮਨ ਨਹੀਂ ਟਿਕਦਾ। ਮਨ ਕਿਉਂ ਨਹੀਂ ਟਿਕਦਾ? ਮਨ ਤਾਂ ਨਹੀਂ ਟਿਕਦਾ ਵੀ ਮਨ ਵਿੱਚ ਸੰਤੋਖ ਦਾ ਸੂਤਰ ਨਹੀਂ ਹੈ। ਉਹਨੇ ਬੰਨਣਾ ਮਨ ਨੂੰ। ਉਸ ਨੂੰ ਗਿਆਨ ਕਿਹਾ ਗੁਰਬਾਣੀ ਦੇ ਵਿੱਚ। ਇੱਥੇ ਸੰਤੋਖ ਸ਼ਬਦ ਵਰਤਿਆ ਨਾ, ਆਸਾ ਦੀ ਵਾਰ ਵਿੱਚ ਤੁਸੀਂ ਪੜ੍ਹੋਗੇ ਕਿ ਜਿਵੇਂ ਪਾਣੀ ਨੂੰ ਤੁਸੀਂ ਇਕੱਠਾ ਕਰਨਾ ਹੋਵੇ ਤੇ ਘੜਾ ਚਾਹੀਦਾ ਹੈ। ਪਾਣੀ ਨੂੰ ਵੀ ਉਹ ਡੁੱਲੇ ਨਾ, ਇੱਕ ਥਾਂ ਤੇ ਰਵੇ। ਕੁੰਭੇ ਬੱਧਾ ਜਲ ਰਹੇ, ਪਾਣੀ ਇਕੱਠਾ ਰਹੇਗਾ ਘੜੇ ਦੁਆਰਾ। ਜਲ ਬਿਨ ਕੁੰਭ ਨਾ ਹੋਏ, ਘੜੇ ਤੋਂ ਬਿਨਾ ਪਾਣੀ ਖਿਲਰ ਜਾਏਗਾ, ਡੁੱਲ ਜਾਏਗਾ, ਗੁਆਚ ਜਾਏਗਾ। ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ। ਜੇ ਮਨ ਨੂੰ ਇਕੱਠਾ ਕਰਨਾ ਤੇ ਗਿਆਨ ਚਾਹੀਦਾ ਹੈ। ਉੱਥੇ ਗਿਆਨ ਦੇ ਅਰਥ ਨੇ ਸੰਤੋਖ, ਸਬਰ, ਤ੍ਰਿਪਤੀ। ਇਹ ਅਭਿਆਸ ਕਿ ਮੇਰੇ ਕੋਲ ਠੀਕ ਹੈ ਸਭ ਕੁਝ, ਮੇਰੇ ਕੋਲ ਬਹੁਤ ਕੁਝ ਹੈ, ਮੈਨੂੰ ਕੁਝ ਨਹੀਂ ਚਾਹੀਦਾ, ਜੋ ਕੁਝ ਮੈਨੂੰ ਮਿਲਿਆ ਹੈ ਉਹ ਬਿਲਕੁਲ ਠੀਕ ਹੈ। ਇਹਨੂੰ ਕਹਿੰਦੇ ਸੰਤੋਖ ਦੀ ਦਸ਼ਾ।
जिस बंदे दे जीवन विच संतोख आ गया, तुसी लख समाधियां ला लो, नहीं मन टिकेगा जिन्ना चिर संतोख नहीं आउंदा। बड़े बड़े साधन निकले ने हुण ते सिखाया जाता ना, 1 साल कोर्स करो मन टिक जाएगा, ध्यान दसांगे तुहानूं। इस तरह खिंच के रखना, इत्थे करके श्वास, इत्थे बांह इधर दी कर लैनी, लत्त इधर अड़ा लैनी, फिर तुहाडा ध्यान टिक जाएगा। डुप्लीकेट है सारा, धक्के नाल कीता होया। गुरमत नैचुरली है, कुदरती वरते सब कुछ, सुनिया लग है सहज ध्यान। तो गुरु साहब ने किसी श्वास नूं खिंच के ध्यान टिकाउण दी विधि नहीं दसी। हजूर ने कहा संतोख धारण कर लै, सबर विच आ जा, ध्यान आपे टिक जाएगा। ध्यान क्यों खिंडदा है, मन क्यों नहीं टिकदा? आखें मंगें दे दे, वो मन अंदरों भौंकी जाता है। ਉਹਦੀਆਂ ਮੰਗਾਂ ਦਾ ਅੰਤ ਹੀ ਕੋਈ नहीं है, ਉਹਦੀ ਹਵਸ਼ ਦਾ ਕੋਈ ਅੰਤ ਹੀ नहीं। ਕਿਵੇਂ ਟਿਕੇਗਾ? ਆ ਸਮਾਧੀਆਂ ਟਿਕਾ ਦੇਣਗੀਆਂ, 2-4 ਘੰਟੇ ਟਿਕ ਸਕਦਾ। ਲੋਕ ਕਹਿੰਦੇ ਹੋਣਗੇ ਟਿਕ ਗਿਆ, ਕਹਿੰਦੇ ਨੇ ਸੱਜਣ ਵੀ ਟਿਕ ਜਾਂਦਾ ਇਸ ਤਰ੍ਹਾਂ ਸਾਡਾ, ਸਾਨੂੰ ਕੋਈ ਵਿਧੀ ਲੱਭੀ ਹੈ। ਟਿਕਦਾ ਹੋਵੇਗਾ, ਟਿਕ ਹੀ ਜਾਏਗਾ। ਇੱਕ ਹੈ ਤੁਸੀਂ ਆਪਣੀ ਗੱਡੀ ਨੂੰ ਆਪਣੀ ਚਾਬੀ ਤੋਂ ਬੰਦ ਕਰੋ, ਉਹ ਕੁਦਰਤੀ ਬੰਦ ਹੋਣਾ ਉਸ ਦਾ, ਉਹਦੇ ਕਨੈਕਸ਼ਨ ਅੰਦਰੋਂ ਠੀਕ ਹੈ, ਚੱਲਣ ਦੀ ਉਹਦੇ ਵਿੱਚ ਸਮਰੱਥਾ ਉਸੇ ਤਰ੍ਹਾਂ ਬਣੀ, ਹੁਣੇ ਸਲਫ ਦਿਓਗੇ ਫਿਰ ਚੱਲ ਜਾਏਗੀ। ਪਰ ਉਹ ਠੀਕ ਤਰੀਕਾ ਉਹਨੂੰ ਬੰਦ ਕਰਨ ਦਾ, ਧਿਆਨ ਨੂੰ ਬੰਦ ਕਰਨ ਦਾ ਠੀਕ ਤਰੀਕਾ ਨਾਮ ਨੂੰ ਸੁਣਨਾ ਹੈ, ਸਬਰ ਵਿੱਚ ਆਉਣਾ। ਪਰ ਇੱਕ ਤਰੀਕਾ ਇਹ ਵੇ ਵੀ ਤੁਸੀਂ ਉਹਦੀ ਡੀਜ਼ਲ ਵਾਲੀ ਨਾਲੀ ਵੱਢ ਦਿਓ, ਤੋੜ ਦਿਓ, ਵਿਚਾਰਾ ਹੋ ਜਾਏਗਾ ਬੰਦ, ਜਾਂ ਗੱਡੀ ਨੂੰ ਕੰਧ ਨਾਲ ਠੋਕ ਦਿਓ, ਬੰਦ ਹੀ ਹੋ ਜਾਏਗੀ, ਹੋਰ ਕੀ ਕਰੇਗੀ। ਇਹ ਸਮਾਧੀਆਂ ਤੇ ਇਹ ਨੇ, यानी कि ध्यान नूं टिकाउण दे गलत तरीके ने जिहड़े गुरु साहब ने प्रवान नहीं कीते। हजूर ने कहा रब ने जिवें ध्यान टिकाउण दा यतन कीता सी, जदों तेरा ध्यान टिकिया सी कि पहले पैरे रहण के बनजारिया मित्रा, उर्द भया गरबास, हुक्म भया गरबास, उर्द तप अंतर करे बनजारिया मित्रा, खसम सेती अरदास। ध्यान नूं बंद करन दी जाच सिख लै, नाम नूं सुण, सीधा है, सरल तरीका है। तो साडे विच एक कमी है भी असी अपने घर विच पए हुए खजाने ते विचार नहीं कीती। साडे जिहड़े विचार गुरु साहब ने गुरु ग्रंथ साहब विच रखे ने, आ लोग चोरी करके लै गए, उन्होंने किताबां छपा दित्तियां, असी पढ़ के वेने आ भी ये की लिख दिता, बहुत वधिया है सी साडे कोल, असी नहीं इनू खोजिया, असी इनू वेख्या नहीं। बड़ा बड़ा विज्ञानक धर्म है सिख धर्म, पर इन्हें उहदी खोज कीती है नहीं। कोई प्रयोगशाला की करेगी, उत्थे विज्ञानक आके सुते ही पिया है, उपकरण सारे पे ने, तरीके सारे ने, विज्ञानक होरी आए, उन्होंने प्रयोगशाला नूं टेकिया मत्था, कदी फोन सुन लग पे, कदी गल्लां करन लग पे, कदी बैठे कदी सौ गए। की करेगी प्रयोगशाला उहदा? ये साध संगत, ये गुरुद्वारा जीवन की प्रयोगशाला है, पर असीं इहदी वरतों ही कोई नहीं करते, इहनूं रीति रिवाज विच तोड़ के रख दिता। तां जो कुछ प्यो दादे का खोल डिठा खजाना, तां मेरे मन भया निदाना। हजूर ने कहा संतोख है, सारी धरती नूं संतोख ने चुकिया होया, बन्निया होया। जिदन इहदे विचों संतोख खिंचिया, सूत धागा, गुरबाणी विच एक बचन आउंदा है कि सूत खिंचै ढै ढेरी होए। अकाल पुरख वाहिगुरू ने संतोख दे सूत्र द्वारा सारी धरती नूं बन्निया। जिदन विचों संतोख निकल गया, धरती का एक एक किणका ब्रह्मंड विच तबाह हो जाएगा, खत्म हो जाएगा। ते बंदे दा मन तां खिल रहा, उहदे विच संतोख दा सूत्र निकल गया। इस करके सूत्र लभना चाहिए। धौल धर्म दया का पूत, संतोख थाप रखिया जन सूत। फिर कहंदे जे को बुझै होवै सचियार। इस गल नूं जिहड़ी
ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਹੀ ਹੈ, ਜੇ ਕੋਈ ਇਸ ਬੁਝਾਰਤ ਨੂੰ ਬੁੱਝ ਲਵੇ ਤਾਂ ਉਹ ਸਚਿਆਰ ਹੋ ਜਾਂਦਾ ਹੈ। ਸਚਿਆਰ ਦਾ ਮਤਲਬ ਸ਼ੁੱਧ ਹੋ ਜਾਂਦਾ ਹੈ। ਉਹਦਾ ਜੀਵਨ, ਉਹਦੇ ਜੀਵਨ ਵਿੱਚੋਂ ਜਿਹੜੀਆਂ ਵਾਧੂ ਚੀਜ਼ਾਂ ਨੇ ਧੁੱਪ ਜਾਂਦੀਆਂ ਹਨ, ਨਿਕਲ ਜਾਂਦੀਆਂ, ਖਾਲੀ ਰਹਿ ਜਾਂਦਾ, ਸ਼ੁੱਧ ਸਰੂਪ ਬਚ ਜਾਂਦਾ ਹੈ। ਜੇ ਕੋ ਬੁੱਝੈ ਹੋਵੇ ਸਚਿਆਰ, ਫਿਰ ਉਹਨੂੰ ਪਤਾ ਲੱਗਦਾ ਕਿ ਧਵਲੇ ਉੱਪਰ ਕੇਤਾ ਭਾਰ। ਸਮਝ ਆਉਣੀ ਸ਼ੁਰੂ ਹੋ ਜਾਂਦੀ ਵੀ ਸਭ ਕੁਝ ਚੀਜ਼ਾਂ ਧਰਮ ਦੇ ਉੱਤੇ ਬੜਾ ਭਾਰ ਹੈ, ਇਸ ਕਰਕੇ ਧਰਮ ਧਾਰਨ ਕਰਨਾ ਚਾਹੀਦਾ ਹੈ। ਸਾਰੀ ਜ਼ਿੰਦਗੀ ਅੱਗੇ ਪਿੱਛੇ ਹੋ ਜਾਏਗੀ ਧਰਮ ਤੋਂ ਬਿਨਾਂ। ਤਾਂ ਧਰਮ ਜਿਹੜਾ ਕੋਈ ਥੋੜ੍ਹੇ ਜਿਹੇ ਬੰਦਿਆਂ ਦਾ ਵਿਸ਼ਾ ਨਹੀਂ ਸੀ ਧਰਤੀ 'ਤੇ, ਸਾਰੇ ਲੋਕਾਂ ਨੂੰ ਚਾਹੀਦਾ। ਜ਼ਿੰਦਗੀ ਦੀ ਜ਼ਰੂਰਤ ਹੈ ਧਰਮ ਜਿਹੜਾ ਹੈ, ਇਹਦੇ ਤੋਂ ਬਿਨਾਂ ਜੀਵਨ ਦਾ ਜਿਹੜਾ ਸਿਸਟਮ ਹੈ, ਬੈਲੈਂਸ ਜਿਹੜਾ ਹੈ, ਸੰਤੁਲਨ ਨਹੀਂ ਟਿਕਦਾ ਧਰਮ ਤੋਂ ਬਿਨਾਂ। ਧਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ। ਇੱਥੇ ਗੁਰੂ ਸਾਹਿਬ ਨੇ ਵਿਗਿਆਨਕ ਤਰਕ ਦਿੱਤਾ ਹੈ। ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਬਲਦ ਨੇ ਧਰਤੀ ਚੁੱਕੀ, ਉਹ ਪੁੱਛਦੇ ਨੇ ਕਿ ਇਸ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹਨੇ ਇਸ ਧਰਤੀ ਨੂੰ ਚੁੱਕਿਆ, ਤੇ ਬਲਦ ਦੇ ਪੈਰਾਂ ਥੱਲੇ ਕਿਹੜੀ ਧਰਤੀ ਹੈ ਦੱਸੋ, ਉਹਦਾ ਨਾਮ ਲਵੋ, ਉਹਨੂੰ ਕਿਹਨੇ ਚੁੱਕਿਆ। ਚਲੋ ਮੰਨ ਲਓ ਕਿ ਚਿੱਟੇ ਬਲਦ ਨੇ ਧਰਤੀ ਨੂੰ ਚੁੱਕਿਆ ਹੈ, ਪਰ ਜਿਹੜਾ ਉਹ ਵਿਚਾਰਾ ਬਲਦ ਹੈ ਉਹਦੇ ਵੀ ਤੇ ਕਿਤੇ ਪੈਰ ਲੱਗਣੇ ਚਾਹੀਦੇ ਨਾ। ਉਹਦੀਆਂ ਲੱਤਾਂ ਕਿੰਨੀਆਂ ਕੁ ਲੰਮੀਆਂ ਨੇ ਵੀ ਥੱਲੇ ਕਿੱਥੋਂ ਤੱਕ ਚਲੀਆਂ ਗਈਆਂ। ਇਹ ਇੱਕ ਸਾਨੂੰ, ਚਲੋ ਮੈਂ ਕਿਸੇ ਧਰਮ ਦਾ ਖੰਡਨ ਨਹੀਂ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮਾਣ ਚਾਹੀਦਾ ਹੈ ਕਿ ਜੋ ਕੁਝ ਵਿੱਚ ਲਿਖਿਆ ਉਹਨੂੰ ਵਿਗਿਆਨ ਬੜੀ ਆ ਗਈ ਹੈ। ਵਿਗਿਆਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਹੋ ਸਕਦਾ ਉਹ ਕਈ ਧਰਮਾਂ ਨੂੰ ਤੋੜ ਕੇ ਨਸ਼ਟ ਹੀ ਕਰਦਾ ਹੈ, ਕਿਉਂਕਿ ਉਹਨਾਂ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਉਹ ਵਿਗਿਆਨ ਨੇ ਤੋੜ ਦਿੱਤੀਆਂ ਨੇ। ਜਿਹੜੇ ਕਹਿੰਦੇ ਸੀ ਚੰਦਰਮਾ 'ਤੇ ਕੋਈ ਚਰਖਾ ਕੱਤਿਆ ਜਾ ਰਿਹਾ, ਉੱਥੇ ਜਾ ਪਹੁੰਚੇ ਉਹ ਜਹਾਜ਼ ਲੈ ਕੇ, ਉਹ ਕਹਿੰਦੇ ਦਿਖਾਓ ਕਿੱਥੇ ਹੈ, ਕੋਈ ਨਹੀਂ ਮਿਲਿਆ। ਆ ਜਿਹੜਾ ਚਿੱਟੇ ਬਲਦ ਵਾਲਾ ਇਹ ਵੀ ਤੋੜ ਦਿੱਤਾ ਉਹਨਾਂ ਨੇ। ਜਿਹੜਾ ਕਿਸੇ ਨੇ ਕਿਹਾ ਸੀ, ਇਹ ਬਾਈਬਲ ਵਿੱਚ ਕਿਹਾ ਗਿਆ ਸੀ ਕਿ ਧਰਤੀ ਜਿਹੜੀ ਹੈ ਸੂਰਜ ਉਹਦੇ ਦੁਆਲੇ ਘੁੰਮਦਾ ਹੈ, ਉਹਨਾਂ ਦਾ ਆਪਣਾ ਹੀ ਬੰਦਾ ਉੱਠਿਆ ਗਲੈਲੀਓ, ਉਹਨੇ ਕਿਹਾ ਨਹੀਂ ਘੁੰਮਦਾ, ਮੈਂ ਵੇਖਿਆ ਸੂਰਜ ਖੜਾ ਤੇ ਧਰਤੀ ਘੁੰਮਦੀ ਹੈ। ਤੋੜ ਦਿੱਤਾ। ਉਸ ਬੰਦੇ ਨੂੰ ਇਹਨਾਂ ਮਾਰ ਦਿੱਤਾ ਸੀ, ਫਾਹੇ ਲਾ ਦਿੱਤਾ ਸੀ ਵੀ ਤੂੰ ਇਹ ਠੀਕ, ਇਹ ਗੱਲ ਨਾ ਕਹੇ। ਵਿਗਿਆਨਕ ਸੀ ਬਹੁਤ ਤਗੜਾ, ਉਹਨੂੰ ਵੀ ਤੋੜ ਦਿੱਤਾ ਇਹਨਾਂ ਨੇ। ਫਿਰ ਇੱਕ ਗੱਲ ਥੋੜ੍ਹੇ ਚਿਰ ਤੋਂ ਸਮਝ ਨਹੀਂ ਸੀ ਆ ਰਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਗੁਰੂ ਸਾਹਿਬ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ। ਵਿਗਿਆਨ ਨੇ ਇਹ ਤੇ ਲੱਭ ਲਿਆ ਸੀ ਵੀ ਧਰਤੀ ਤੁਰਦੀ ਸੂਰਜ ਦੇ ਦੁਆਲੇ। ਪਹਿਲਾਂ ਉਹਨਾਂ ਦੀ ਖੋਜ ਸੀ ਵੀ ਸੂਰਜ ਖੜਾ ਹੋਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਨ ਨਹੀਂ, ਧਰਤੀ ਵੀ ਚੱਲਦੀ ਹੈ ਤੇ ਸੂਰਜ ਵੀ ਚੱਲਦਾ ਹੈ। ਪਰ ਹੁਣ ਥੋੜ੍ਹਾ ਚਿਰ ਹੋਇਆ ਉਹਨਾਂ ਨੇ ਹੋਰ ਖੋਜ ਕੀਤੀ, ਉਹ ਕਹਿੰਦੇ ਸੂਰਜ ਕਿਸੇ ਹੋਰ ਸੂਰਜ ਦੇ ਦੁਆਲੇ ਘੁੰਮ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਠੀਕ ਹੀ ਕਹਿੰਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਸੋਧ ਕੇ ਕਹੀਆਂ ਗਈਆਂ। ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਰਾ ਕੁਝ ਚੰਗੀ ਤਰ੍ਹਾਂ ਪਰਖਿਆ ਗਿਆ। ਤਾਂ ਇੰਨੇ ਪਰਖੇ ਹੋਏ ਗਿਆਨ ਨੂੰ ਵੀ ਜੇ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਸਤੇ ਤਿਆਰ ਨਹੀਂ, ਇਹਨੂੰ ਅਸੀਂ ਆਪਣੀ ਬਦਕਿਸਮਤੀ ਕਹਿ ਸਕਨੇ ਹਾਂ। ਸਤਿਗੁਰੂ ਨੇ ਬਚਨ ਕੀਤਾ, ਧਰਤੀ ਹੋਰ ਪਰੈ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਇੱਥੋਂ ਤੱਕ ਧਰਤੀ ਦੀ ਵਿਆਖਿਆ ਕੀਤੀ। ਅੱਗੇ ਜੀ ਜਾਤ ਰੰਗਾਂ ਕੇ ਨਾਵ। ਹੁਣ ਇੱਥੇ ਜਿਹੜੇ ਵਿਚਰਨ ਵਾਲੇ ਜੀਵ ਨੇ ਉਹਨਾਂ ਦੀ ਗੱਲ ਗੁਰੂ ਸਾਹਿਬ ਪੌੜੀ ਦੇ ਅਗਲੇ ਹਿੱਸੇ ਵਿੱਚ ਕਰਨਗੇ। ਬਸ ਅਖੀਰ ਤੇ ਇੱਕੋ ਗੱਲ ਕਹੀ ਕਿ ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤੇ ਇੱਕ ਵਾਰੀ ਵੀ ਆਪਣੇ ਆਪ ਨੂੰ ਤੇਰੇ ਇਹਨਾਂ ਚੋਜਾਂ ਤੋਂ ਵਾਰ ਨਹੀਂ ਸਕਦਾ, ਤੂੰ ਇੰਨਾ ਬੇਅੰਤ ਹੈ। ਇਹ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਸਾਰਿਆਂ ਨੇ ਇਕਾਗਰਚਿਤ ਹੋ ਕੇ ਬੋਲਣਾ ਤਾਂ ਕਿ ਹਾਜ਼ਰੀ ਗੁਰੂ ਦਰਬਾਰ ਵਿੱਚ ਲੱਗ ਸਕੇ। ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ
ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ